ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਪਰਮ ਸਤਿਕਾਰਯੋਗ ਸਾਧ ਸੰਗਤ ਜੀਓ, ਅੱਜ ਦਾ ਆਸ ਨੈਗੇਟਿਵ ਥਾਟ, ਨਾਵਾਚਕ ਸੋਚ। ਇਹ ਜਿਹੜੀ ਸਾਡੀ ਨੈਗੇਟਿਵ ਥਾਟ ਆ, ਇਸ ਦਾ ਇਸ ਬ੍ਰਹਿਮੰਡ ਦੇ ਅੰਦਰ ਕੀ ਪ੍ਰਭਾਵ ਪੈਂਦਾ, ਇਹਦੀ ਇੱਕ ਤਿਲ ਮਾਤਰ ਵਿਚਾਰ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ। ਦੇਖੋ, ਇੱਕ ਰਸ਼ੀਆ ਦੇ ਵਿੱਚ ਇੱਕ ਲੜਕੀ ਆ, ਉਸ ਬੱਚੀ ਨੇ ਇੱਕ ਖੋਜ ਕੀਤੀ, ਇੱਕ ਸਰਚ ਕੀਤੀ ਆ। ਉਹਦੇ ਵਿੱਚ ਉਹਨੇ ਦੱਸਿਆ ਕਿ ਜਿਹੜੇ ਪ੍ਰਾਣੀ ਦੇ ਨੈਗੇਟਿਵ ਥਾਟ ਆ, ਨੈਗੇਟਿਵ ਖਿਆਲ ਆ ਨਾ, ਨਾਵਾਚਕ ਸੋਚ ਜਿਹੜੀ ਆ, ਇਹ ਉਹਦੇ ਸਰੀਰ ਉੱਤੇ ਤਾਂ ਅਸਰ ਕਰਦੀ ਆ, ਪਰ ਇਹ ਨਾਵਾਚਕ ਸੋਚ ਬ੍ਰਹਿਮੰਡ ਦੇ ਅੰਦਰ ਵੀ ਅਸਰ ਰੱਖਦੀ ਆ। ਦੇਖੋ, ਅਗਰ ਜਿਹੋ ਜਿਹੇ ਪ੍ਰਾਣੀ ਹੋਣਗੇ, ਉਹੋ ਜਿਹਾ ਜਿਹੜਾ ਨਾ ਮਾਹੌਲ ਪੈਦਾ ਹੋ ਜਾਂਦਾ। ਇਸ ਤਰ੍ਹਾਂ ਅਗਰ ਬਹੁਤ ਸਾਰੇ ਜਿਹੜੇ ਪ੍ਰਾਣੀ ਹੈ ਨਾ ਨੈਗੇਟਿਵ ਥਾਟ ਵਾਲੇ ਹੋਣਗੇ, ਨਾਵਾਚਕ ਸੋਚ ਵਾਲੇ ਹੋਣਗੇ, ਤਾਂ ਉਹਨਾਂ ਦੇ ਜਿਹੜੇ ਖਿਆਲ ਵਾ ਜਦੋਂ ਇਸ ਬ੍ਰਹਿਮੰਡ ਦੇ ਅੰਦਰ ਫੈਲਦੇ ਆ, ਖਿਲਰਦੇ ਆ ਨਾ, ਤੇ ਜਿਹਦੇ ਕਰਕੇ ਇਸ ਬ੍ਰਹਿਮੰਡ ਦੇ ਅੰਦਰ ਜਿਹੜੀਆਂ ਸ਼ਕਤੀਆਂ ਉਹ ਨਿਵਾਸ ਕਰਦੀਆਂ ਹੈਗੀਆਂ, ਉਹਨਾਂ ਦੇ ਨਾਲ ਇਹਨਾਂ ਦਾ ਟਕਰਾਅ ਹੋ ਜਾਂਦਾ। ਜਦ ਟਕਰਾਅ ਹੋ ਜਾਂਦਾ ਤਾਂ ਬ੍ਰਹਿਮੰਡ ਦਾ ਸਾਰਾ ਜਿਹੜਾ ਸੰਤੁਲਨ ਵਾ ਨਾ, ਉਹ ਫਿਰ ਵਿਗੜ ਜਾਂਦਾ। ਸੰਤੁਲਨ ਵਿਗੜਨ ਦੇ ਨਾਲ ਉਹਦੇ ਜਿਹੜੇ ਪ੍ਰਭਾਵ ਹੈ, ਉਹ ਕਿਸੇ ਨਾ ਕਿਸੇ ਜਾਣੀ ਕਹਿ ਲਓ ਕਿ ਮਾੜੀ ਸ਼ਕਲ ਦੇ ਵਿੱਚ ਪੈਦਾ ਹੋ ਜਾਂਦੇ ਆ। ਜਿਵੇਂ ਅੱਜ ਦੀ ਜਿਹੜੀ ਦੌਰ ਹੈਗਾ, ਅੱਜ ਦੀ ਦੌਰ ਦੇ ਵਿੱਚ ਜਿਹੜਾ ਕਰੋਨਾ ਬਿਮਾਰੀ ਆ, ਪੂਰੇ ਜਿੰਨੇ ਵਿਸ਼ਵ ਨੂੰ, ਪੂਰੇ ਸੰਸਾਰ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਹਦਾ ਅਜੇ ਤੱਕ ਕੋਈ ਸਦੀਵੀ ਜਿਹੜਾ ਹੱਲ ਵਾ ਨਾ, ਉਹ ਨਹੀਂ ਹੈਗਾ। ਸੋ ਕਹਿਣ ਤੋਂ ਭਾਵ ਇਹ ਆ ਕਿ ਇਹਦਾ ਮੇਨ ਕਾਰਨ ਇਹ ਹੈ ਕਿ ਸਾਡੀਆਂ ਜਿਹੜੀਆਂ ਸੋਚਾਂ ਹੈਗੀਆਂ ਉਸ ਵਾਹਿਗੁਰੂ ਦੇ ਪ੍ਰਤੀ ਜਦੋਂ ਨਾਵਾਚਕ ਹੋ ਗਈਆਂ ਹਨ, ਤੇ ਇਹ ਸਾਰੀਆਂ ਜਿਹੜੀਆਂ ਸੋਚਾਂ ਦੇ ਖਿਆਲ ਆ ਜਦ ਬ੍ਰਹਿਮੰਡ ਦੇ ਅੰਦਰ ਖਿਲ ਰਹੇ ਆ, ਤੇ ਇਸ ਤੋਂ ਬਾਅਦ ਇਹਨਾਂ ਦਾ ਇੱਕ ਗੁੱਛਾ ਬਣ ਗਿਆ ਹੈਗਾ। ਜਦ ਗੁੱਛਾ ਬਣਿਆ ਹੈਗਾ ਤੇ ਉਹਨੇ ਜਿਹੜੇ ਬ੍ਰਹਿਮੰਡ ਦਾ ਸਾਰਾ ਸੰਤੁਲਨ ਜਿਹੜਾ ਨਾ ਖਰਾਬ ਕਰ ਦਿੱਤਾ ਹੈ। ਦੇਖੋ, ਪੁਰਾਣਾ ਜਦ ਸਮਾਂ ਹੁੰਦਾ ਸੀ, ਪੁਰਾਣੇ ਸਮੇਂ ਦੇ ਵਿੱਚ ਪ੍ਰਾਣੀਆਂ ਦੀ ਸੋਚ ਜਿਹੜੀ ਸੀ ਉਹ ਜ਼ਿਆਦਾਤਰ ਵਾਹਿਗੁਰੂ ਦੇ ਪ੍ਰਤੀ ਪੋਜ਼ਿਟਿਵ ਹੋਈ ਆ, ਹਾਂ ਵਾਚਕ। ਸੋ ਪੁਰਾਣੇ ਸਮਿਆਂ ਦੇ ਵਿੱਚ ਜਦ ਸੋਚ ਹਾਂ ਵਾਚਕ ਸੀਗੀ, ਤੇ ਇਸ ਕਰਕੇ ਪੁਰਾਤਨ ਸਮਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਮਹਾਂਮਾਰੀਆਂ ਹੁੰਦੀਆਂ ਨਾ, ਉਹਨਾਂ ਮਹਾਂਮਾਰੀਆਂ ਦਾ ਸਾਨੂੰ ਕਦੀ ਵੀ ਕੋਈ ਇਤਿਹਾਸ ਜਿਹੜਾ ਨਾ ਖਾਸ ਦੇਖਣ ਦੇ ਵਿੱਚ ਨਹੀਂ ਮਿਲਿਆ। ਪਰ ਆਮ ਕਰਕੇ ਜਿਹੜਾ ਆਪਾਂ ਦੇਖਦੇ ਹਾਂ ਕਿ ਚਾਹੇ 20ਵੀਂ ਸਦੀ ਹੋਈ, ਚਾਹੇ ਆਹ ਸਦੀ, ਜਿਸ ਸਦੀ ਦੇ ਵਿੱਚ ਸਾਇੰਸ ਨੇ ਬੜੀ ਤਰੱਕੀ ਕੀਤੀ ਆ, ਇਹਦੇ ਵਿੱਚ ਜਿੱਥੇ ਬਹੁਤ ਸਾਰੀਆਂ ਖੋਜਾਂ ਹੋਈਆਂ, ਉੱਥੇ ਬਿਮਾਰੀਆਂ ਵੀ ਨਵੀਂ ਸ਼ਕਲਾਂ ਦੇ ਵਿੱਚ ਖੜੀਆਂ ਹੋ ਗਈਆਂ। ਇਹਦਾ ਕਾਰਨ ਇੱਕੋ ਹੀ ਆ ਕਿ ਜਦੋਂ ਇਨਸਾਨ ਦੀ ਸੋਚ ਰੱਬ ਦੇ ਪ੍ਰਤੀ ਬਿਲਕੁਲ ਉਲਟ ਹੋ ਜਾਵੇ, ਵਿਪਰੀਤ ਹੋ ਜਾਵੇ। ਤੇ ਸਾਨੂੰ ਦੇਖੋ, ਗੁਰਬਾਣੀ ਨੇ ਕਹਿਤਾ ਕਿ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਕਿ ਜਦੋਂ ਇਨਸਾਨ ਜਿਹੜਾ ਨਾ ਵਾਹਿਗੁਰੂ ਉਸ ਅਕਾਲ ਸ਼ਕਤੀ ਨੂੰ ਭੁੱਲ ਜਾਂਦਾ ਹੈਗਾ, ਤੇ ਫਿਰ ਜਿੰਨੇ ਵੀ ਰੋਗ ਬਿਮਾਰੀਆਂ ਨਾ ਇਕੱਠੇ ਹੋ ਕੇ ਉਹਨੂੰ ਚੁੰਬੜ ਜਾਂਦੇ ਆ। ਤੇ ਜਦ ਚੁੰਬੜਦੇ ਆ ਤਾਂ ਫਿਰ ਇਨਸਾਨ ਜਿਹੜਾ ਕਰਲਾਉਂਦਾ, ਚੀਕਾਂ ਮਾਰਦਾ, ਉਹਨਾਂ ਤੋਂ ਬਚਣ ਦਾ ਉਪਾਅ ਕਰਦਾ ਹੈਗਾ। ਪਰ ਅਸਲ ਦੇ ਵਿੱਚ ਕੀ ਆ, ਇਸ ਦਾ ਕਾਰਨ, ਇਹ ਬਿਮਾਰੀ ਕਿਉਂ ਆਈ, ਇਹਦਾ ਮੇਨ ਕਾਰਨ ਮਨੁੱਖ ਦੀ ਆਪਣੀ ਜਿਹੜੀ ਹੈ ਨਾ ਉਹ ਨੈਗੇਟਿਵ ਥਾਟ ਹੈ, ਨਾਵਾਚਕ ਸੋਚ। ਦੇਖੋ, ਜਿਵੇਂ ਆਪਾਂ ਇਹ ਦੇਖਦੇ ਹਾਂ ਕਿ ਸਾਨੂੰ ਹੈ ਨਾ ਗੁਰਬਾਣੀ ਨੇ ਇਹ ਜਿਹੜੀ ਖੋਜ ਹੈਗੀ, ਉਹ ਅੱਜ ਜਿਹੜੀ ਹੈ, ਜਿਹੜਾ ਇਨਸਾਨ ਜਾਂ ਸਾਇੰਸ ਦੇ ਜਿਹੜੇ ਖਾਸ ਕਰਕੇ ਖੋਜੀ ਆ, ਉਹ ਦੱਸਦੇ ਆ ਕਿ ਇਸ ਨਾਵਾਚਕ ਦਾ ਸੋਚ ਦਾ ਅਸਰ ਹੈ ਨਾ ਪੂਰੇ ਬ੍ਰਹਿਮੰਡ 'ਚ ਪੈਂਦਾ। ਪਰ ਸਾਨੂੰ ਦੇਖੋ, ਬਾਬੇ ਨਾਨਕ ਨੇ 550 ਸਾਲ ਪਹਿਲਾਂ ਇਹ ਗੱਲ ਆਖ ਦਿੱਤੀ ਕਿ ਜੈਸਾ ਸੇਵੇ ਤੈਸਾ ਹੋਏ। ਜਿਹੋ ਜਿਹਾ ਮਨ ਦੇ ਵਿੱਚ ਚਿਤਵਨ ਚੱਲਦਾ ਹੈਗਾ, ਜਿਹੋ ਜਿਹਾ ਮਨ ਦੇ ਵਿੱਚ ਸਿਮਰਨ ਚੱਲਦਾ ਹੈਗਾ, ਜਿਹੋ ਜਿਹੀ ਥਾਟ ਖਿਆਲ ਚੱਲਦੇ ਆ, ਤੇ ਉਹੋ ਜਿਹਾ ਹੀ ਹੈ ਨਾ ਉਹ ਜਿਹੜਾ ਇਨਸਾਨ ਹੈਗਾ ਉਹ ਬਣ ਜਾਂਦਾ, ਦਾ ਰੂਪ ਬਣ ਜਾਂਦਾ। ਇਹ ਜਿਹੜੇ ਖਿਆਲ ਆ ਇਕੱਲੇ ਇਨਸਾਨ ਦੇ ਉੱਪਰ ਪ੍ਰਭਾਵ ਨਹੀਂ ਰੱਖਦੇ, ਪੂਰੇ ਬ੍ਰਹਿਮੰਡ ਦੇ ਵਿੱਚ ਇਹ ਪ੍ਰਭਾਵ ਜਿਹੜਾ ਨਾ ਆਪਣਾ ਜਮਾਉਂਦੇ ਆ। ਤੇ ਜਦੋਂ ਬਹੁਤ ਸਾਰੇ ਇਨਸਾਨਾਂ ਦੀ ਸੋਚ ਜਦ ਨਾਵਾਚਕ ਹੋ ਕੇ ਇਸ ਬ੍ਰਹਿਮੰਡ ਦੇ ਵਿੱਚ ਖਿਲਰਦੀ ਹੈ, ਤਾਂ ਜਿਸ ਕਰਕੇ ਬ੍ਰਹਿਮੰਡ ਦਾ ਸਾਰਾ ਸੰਤੁਲਨ ਜਿਹੜਾ ਹੈ ਨਾ ਉਹ ਨਾਵਾਚਕ ਹੋ ਜਾਂਦਾ। ਆਪਾਂ ਇਹ ਵੀ ਦੇਖਦੇ ਹਾਂ ਕਿ ਗੁਰੂ ਘਰ ਦੇ ਵਿੱਚ ਗੁਰੂ ਅੰਗਦ ਦੇਵ ਜੀ ਮਹਾਰਾਜ ਹੋਏ ਆ, ਜਿਨ੍ਹਾਂ ਨੇ ਵੀ ਸੇਵਾ ਕੀਤੀ ਆ, ਵਾਹਿਗੁਰੂ ਦਾ ਰੂਪ ਬਣਿਆ। ਉਹਨਾਂ ਦੇ ਵਿੱਚ 7 ਵਚਨ ਪ੍ਰਧਾਨ ਰਿਹਾ, ਸਭ ਤੋਂ ਵੱਡਾ ਗੁਣ ਰਿਹਾ ਹੈਗਾ। ਪਰ ਅੱਜ ਇਨਸਾਨ ਦੇ ਅੰਦਰ ਜਿਹੜਾ 7 ਵਚਨ ਵਾ ਨਾ, ਉਹਦੇ ਨਾਂ ਦੀ ਕੋਈ ਚੀਜ਼ ਨਹੀਂ ਮਿਲਦੀ। ਕੋਈ ਵਿਰਲਾ ਹੀ ਪੁਰਖ ਹੈਗਾ ਜਿਹੜਾ ਬਾਬੇ ਨਾਨਕ ਦੀ ਗੱਲ ਨੂੰ 7 ਵਚਨ ਕਰਕੇ ਮੰਨਦਾ। ਲੇਕਿਨ ਜ਼ਿਆਦਾਤਰ ਜਿਹੜੇ ਲੋਕੀ ਹੈ ਨਾ, ਉਹ ਸਵਾਲ ਖੜਾ ਕਰ ਲੈਂਦੇ ਆ। ਜਿਵੇਂ ਆਪਾਂ ਦੇਖਦੇ ਹਾਂ ਕਿ ਬਹੁਤ ਸਾਰੇ ਮੁਲਕ ਹੋਏ ਆ, ਸਾਨੂੰ ਬਿਲਕੁਲ ਜਿਹੜੀਆਂ ਜੋ ਵੀ ਦੁਨੀਆ ਦੇ ਵਿੱਚ ਹੋ ਰਿਹਾ ਹੈਗਾ ਉਹ ਸਾਨੂੰ ਸਭ ਕੁਝ ਸਾਹਮਣੇ ਦਿਸ ਰਿਹਾ, ਪਰ ਫਿਰ ਵੀ ਅਸੀਂ ਸੁਧਰ ਨਹੀਂ ਰਹੇ। ਦੇਖੋ, ਰਸ਼ੀਆ ਇੱਕ ਐਸਾ ਮੁਲਕ ਹੋਇਆ ਸੀਗਾ ਜਿਹਨੇ ਰੱਬ ਦੀ ਹੋਂਦ ਨੂੰ ਮੰਨਣ ਤੋਂ ਬਿਲਕੁਲ ਨਾ ਕਰ ਦਿੱਤੀ ਸੀ।
ਤੇ ਉਹਨੇ ਇੱਥੋਂ ਤੱਕ ਕਹਿਤਾ ਸੀਗਾ ਵੀ ਅਗਰ ਕਿਸੇ ਦੇ ਮਨ ਦੇ ਵਿੱਚ ਹੈਗਾ ਕਿ ਰੱਬ ਹੈ, ਕਿਸੇ ਨੇ ਮੰਨਣਾ ਤਾਂ ਘਰ ਬੈਠ ਕੇ ਮੰਨ ਸਕਦਾ, ਬਾਹਰ ਨਹੀਂ ਮੰਨ ਸਕਦੇ। ਦੇਖੋ ਐਸੀ ਸੋਚ ਤੇ ਉਹਨਾਂ ਨੇ ਕਿਹਾ ਸੀਗਾ ਇਨਸਾਨ ਨੂੰ 3 ਚੀਜ਼ਾਂ ਚਾਹੀਦੀਆਂ, ਰੋਟੀ, ਕੱਪੜਾ ਤੇ ਮਕਾਨ, ਬਸ ਹੋਰ ਨਹੀਂ ਚਾਹੀਦਾ। ਪਰ ਜਿਹਦਾ ਦੇਖੋ ਅਸਰ ਐਸਾ ਹੋਇਆ ਕਿ ਪਹਿਲਾਂ ਜਿਹੜਾ ਭਰਮ ਜਾਂ ਭੁਲੇਖਾ ਪਿਆ ਉਹ ਇਹ ਸੀ ਕਿ ਰਸ਼ੀਆ ਚਾਹੇ ਕਿਸੇ ਸਮੇਂ ਇੱਕ ਮਹਾਸ਼ਕਤੀ ਬਣ ਕੇ ਉੱਭਰਿਆ ਸੀਗਾ ਅਮਰੀਕਾ ਦੇ ਮੁਕਾਬਲੇ, ਪਰ ਅੱਜ ਆਪਾਂ ਉਹ ਦੇਖਦੇ ਹਾਂ ਕਿ ਅਮਰੀਕਾ ਜਿਹੜਾ ਫਿਰ ਵੀ ਜਿਹੜਾ ਹੈਗਾ ਉਹ ਆਪਣੀ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਜਿਹੋ ਜਿਹਾ ਪਹਿਲਾ ਨੰਬਰ 1 ਤੇ ਮੁਲਕ ਸੀਗਾ ਅੱਜ ਵੀ ਉਸੇ 'ਤੇ ਹੀ ਆ। ਪਰ ਰਸ਼ੀਆ ਜਿਹੜਾ ਸੀਗਾ ਉਹ ਸਮਾਂ ਪਾ ਕੇ ਜਿਹੜਾ ਮੁਲਕ ਸੀਗਾ ਟੁੱਟਦਾ ਬਿਲਕੁਲ ਆਰਥਿਕ ਤੰਗੀ ਦੇ ਵਿੱਚ ਜਿਹੜਾ ਸੀਗਾ ਬਿਲਕੁਲ ਉਹ ਚਲੇ ਗਿਆ ਸੀ, ਬਿਲਕੁਲ ਉਹਦਾ ਡਾਊਨਫਾਲ ਸ਼ੁਰੂ ਹੋ ਗਿਆ ਸੀਗਾ। ਅਤੇ ਜਿਸ ਕਰਕੇ ਬਹੁਤ ਸਾਰੇ ਜਿਹੜੇ ਮੁਲਕ ਸੀਗੇ ਉਹ ਤੋਂ ਵੀ ਅਲੱਗ ਹੋ ਗਏ ਸੀਗੇ। ਸੋ ਦੇਖੋ ਫਿਰ ਰਸ਼ੀਆ ਵਾਲਿਆਂ ਨੇ ਜਿਹੜਾ ਸੀਗਾ ਇਹਦਾ ਇੱਕ ਕਾਰਨ ਲੱਭਿਆ ਸੀ ਵੀ ਕੀ ਕਾਰਨ ਹੋ ਸਕਦਾ। ਬਾਅਦ ਦੇ ਵਿੱਚ ਦੇਖੋ ਉਹਨੇ ਪੂਰੀ ਧਾਰਮਿਕ ਗ੍ਰੰਥਾਂ ਦੀ ਸਟੱਡੀ ਕੀਤੀ, ਪਰ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਟੱਡੀ ਕੀਤੀ ਤਾਂ ਉਹਨਾਂ ਨੇ ਇਹ ਗੱਲ ਜਿਹੜੀ ਕਹਿ ਦਿੱਤੀ ਕਿ ਬਾਕੀ ਸਭ ਝੂਠ ਹੈ, ਕੇਵਲ ਤੇ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਉਹ ਸੱਚ ਹੈਗੀ ਆ। ਤੇ ਅੱਜ ਉਹ ਜਿਹੜੇ ਲੋਕੀ ਹੈਗੇ ਆ ਉਹ ਨਾਸਤਿਕਤਾ ਨੂੰ ਛੱਡ ਕੇ ਇੱਕ ਆਸਤਿਕਤਾ ਵੱਲੋਂ ਜਿਹੜਾ ਉਹਨਾਂ ਦਾ ਰੁਝਾਨ ਹੋ ਗਿਆ ਹੈ। ਪਰ ਅਮਰੀਕਾ ਜਿਹੜਾ ਸੀਗਾ ਉਹ ਇੰਨੀ ਤਰੱਕੀ ਦੇ ਵਿੱਚ ਵੀ ਕਿ ਉਹਨਾਂ ਨੇ ਆਪਣਾ ਜਿਹੜਾ ਵਿਸ਼ਵਾਸ ਸੀ ਰੱਬ ਦੀ ਪ੍ਰਤੀ ਬਿਲਕੁਲ ਗਵਾਇਆ ਨਹੀਂ। ਉਹਨਾਂ ਨੇ ਇੱਥੋਂ ਤੱਕ ਇਹ ਗੱਲ ਜਿਹੜੀ ਸੀ ਉਹ ਦੁਨੀਆ ਦੇ ਵਿੱਚ ਪੱਕੀ ਕਰਤੀ, ਆਪਣੇ ਡਾਲਰ ਉੱਤੇ ਵੀ ਲਿਖ ਦਿੱਤਾ ਕਿ ਵੀ ਟਰਸਟ ਇਨ ਗੋਡ, ਕਿ ਅਸੀਂ ਵਾਹਿਗੁਰੂ ਵਿੱਚ ਯਕੀਨ ਰੱਖਦੇ ਹਾਂ। ਇਹਦਾ ਮਤਲਬ ਕੀ ਹੈ, ਉਹਨੇ ਹਾਂ ਬਾਰੇ ਖਿਆਲ ਕੀਤਾ, ਜਿਸ ਕਰਕੇ ਅਮਰੀਕਾ ਜਿਹੜਾ ਅੱਜ ਵੀ ਜਿਹੜਾ ਹੈਗਾ ਮੁਲਕ ਉਹ ਦੁਨੀਆ ਦੇ ਮੁਲਕਾਂ ਤੋਂ ਨੰਬਰ 1 ਤੇ ਉੱਤੇ ਆਪਣੀ ਸ਼ਕਤੀ ਨੂੰ ਬਣਾ ਕੇ ਬੈਠਾ ਹੋਇਆ ਹੈ। ਸੋ ਪਹਿਲੀ ਗੱਲ ਤਾਂ ਇਹ ਹੈਗੀ ਆ। ਦੂਸਰਾ ਗੱਲ ਕੀ ਆ ਕਿ ਆਪਾਂ ਇੱਥੇ ਵੀ ਦੇਖਦੇ ਹਾਂ ਕਿ ਜਿਵੇਂ ਸਾਡੇ ਇੱਥੇ ਦੌੜ ਲੱਗੀ ਆ, ਕਈ ਐਸੇ ਜਿਹੜੇ ਇਨਸਾਨ ਹੋਏ ਆ ਜਿਨ੍ਹਾਂ ਨੇ ਪੂਰਾ ਜ਼ੋਰ ਲਾਇਆ ਆਪਣੇ ਪ੍ਰਚਾਰ ਦੇ ਵਿੱਚ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਗੀ, ਰੱਬ ਹੈ ਹੀ ਨਹੀਂ। ਦੇਖੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਆਮ ਕਰਕੇ ਆਪਾਂ ਦੇਖੀਆਂ ਸਟੇਜਾਂ ਉੱਤੇ ਵੀ ਬੜੀਆਂ ਹੋਈਆਂ। ਜਦ ਇਸ ਤਰ੍ਹਾਂ ਦੀਆਂ ਗੱਲਾਂ ਦਾ ਜਿਹੜਾ ਸ਼ੋਰ-ਗੁਲ ਸ਼ੁਰੂ ਹੋਇਆ ਸੀ ਉਹਨਾਂ ਟਾਈਮਾਂ ਦੇ ਵਿੱਚ, ਜਦੋਂ ਇਨਸਾਨ ਜਿਹੜਾ ਸੀ ਰੱਬ ਨਾਲੋਂ ਸਿਆਣਾ ਬਣਨ ਨੂੰ ਫਿਰਦਾ ਸੀਗਾ। ਪਰ ਪਤਾ ਕਿ ਜਿਹੜੇ ਬੰਦੇ ਇਹਨਾਂ ਚੀਜ਼ਾਂ ਨੂੰ ਫੈਲਾਉਂਦੇ ਆ ਜਾਂ ਦੁਨੀਆ ਦੇ ਵਿੱਚ ਜਿਹੜਾ ਇਹ ਪ੍ਰੋਪੇਗੈਂਡਾ ਜਿਹੜਾ ਚੱਲਿਆ ਹੈਗਾ, ਜਿਹਦੇ ਕਰਕੇ ਜਿੰਨੀਆਂ ਵੀ ਸਾਡੀਆਂ ਜਿਹੜੀਆਂ ਨੈਗੇਟਿਵ ਥੋਟ ਆ ਬ੍ਰਹਿਮੰਡ ਦੇ ਵਿੱਚ ਖਿਲ ਰਹੀਆਂ, ਲੋਕਾਂ ਦਾ ਜਿਹੜਾ ਵਿਸ਼ਵਾਸ ਰੱਬ ਦੇ ਪ੍ਰਤੀ ਘਟਿਆ ਹੈਗਾ। ਉਹਨਾਂ ਦੇ ਅੰਦਰ ਇੱਕ ਸੋਚਣੀ ਜਿਹੜੀ ਇਸ ਢੰਗ ਦੀ ਜਗਾਈ ਗਈ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ। ਜਦੋਂ ਇਹ ਜਿਹੜੀ ਸੋਚ ਸੀਗੀ ਹਰੇਕ ਦੇ ਅੰਦਰ ਜਿਹੜੀ ਚੱਲੀ ਆ, ਉਸ ਕਰਕੇ ਉਹਦਾ ਖਿਆਲ ਉਹਨਾਂ ਉੱਤੇ ਵੀ ਹੋਇਆ ਅਤੇ ਜਿਸ ਕਰਕੇ ਉਹ ਜਿਹੜਾ ਖਿਆਲ ਸੀਗਾ ਪੂਰੇ ਬ੍ਰਹਿਮੰਡ 'ਚ ਖਿਲ ਰਿਹਾ ਅਤੇ ਹੌਲੀ ਹੌਲੀ ਜਿਹੜਾ ਬ੍ਰਹਿਮੰਡ ਦਾ ਸੰਤੁਲਨ ਸੀਗਾ, ਜਦ ਖਿਆਲ ਬਹੁਤ ਭਾਰਾ ਹੋ ਗਿਆ ਅਤੇ ਇਹ ਫਿਰ ਪੂਰਾ ਸੰਤੁਲਨ ਜਿਹੜਾ ਸੀਗਾ ਉਹ ਵਿਗੜ ਗਿਆ। ਫਿਰ ਐਸਾ ਵਿਗੜਿਆ ਮੁੜ ਕੇ ਤੁਹਾਨੂੰ ਪਤਾ ਹੀ ਆ ਕਿ ਅੱਜ ਜਿਹੜੇ ਇਨਸਾਨ ਉਹ ਬਹੁਤ ਦੁਖੀ ਆ, ਪੀੜਤ ਆ। ਜਿਵੇਂ ਕਹਿ ਲਓ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਇਹਨੇ ਇੱਕ ਬਿਮਾਰੀ ਦੀ ਸ਼ਕਲ ਲੈ ਲਈ ਅਤੇ ਇੱਕ ਮਹਾਂਮਾਰੀ ਦੀ ਸ਼ਕਲ ਲੈ ਲਈ, ਜਿਸ ਮਹਾਂਮਾਰੀ ਨੂੰ ਅਸੀਂ ਕਰੋਨਾ ਵੀ ਆਖ ਦਿੰਦੇ। ਇਹ ਇੱਕ ਨੈਗੇਟਿਵ ਜਿਹੜੀ ਥੋਟ ਆ, ਇਹਦਾ ਜਿਹੜਾ ਅਸਰ ਵਾ, ਇਹਦਾ ਜਿਹੜਾ ਪ੍ਰਭਾਵ ਆ ਅੱਜ ਪੂਰੀ ਦੁਨੀਆ ਦੇ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਿਹਾ। ਦੂਸਰਾ ਕੀ ਆ, ਅਸੀਂ ਇਹ ਵੀ ਦੇਖਿਆ ਕਿ ਬਹੁਤ ਸਾਰੇ ਜਿਹੜੇ ਬੰਦੇ ਆ ਜਿਨ੍ਹਾਂ ਨੇ ਆਪੋ ਆਪਣੇ ਗਰੁੱਪ ਬਣਾਏ ਆ ਕਈਆਂ ਤਰ੍ਹਾਂ ਦੇ, ਉਹਨਾਂ ਨੇ ਕੀ ਕਰਨਾ ਸ਼ੁਰੂ ਕਰ ਦਿੱਤਾ ਕਿ ਜਿਹੜੇ ਰੱਬ ਨੂੰ ਮੰਨਣ ਵਾਲੇ ਗੁਰਮੁਖ ਪਿਆਰੇ ਸੀ ਉਹਨਾਂ ਦੀ ਭੰਡੀ ਸ਼ੁਰੂ ਕਰ ਦਿੱਤੀ। ਜਦ ਉਹਨਾਂ ਦੀ ਨਿੰਦਾ, ਉਹਨਾਂ ਦੀ ਭੰਡੀ ਸ਼ੁਰੂ ਕਰ ਦਿੱਤੀ, ਉਹਨਾਂ ਦੇ ਜਿਹੜੇ ਮਖੌਲ ਉਡਾਉਣੇ ਸ਼ੁਰੂ ਕਰ ਦਿੱਤੇ। ਅਤੇ ਇਹ ਜਿਹੜਾ ਸਾਰਾ ਕੁਛ ਆ ਇਹ ਵਾਹਿਗੁਰੂ ਨੂੰ ਬਰਦਾਸ਼ਤ ਨਹੀਂ ਹੈ। ਜੇਕਰ ਆਪਾਂ ਥੋੜ੍ਹਾ ਜਿਹਾ ਪਿਛਲਾ ਇਤਿਹਾਸ ਦੇਖੀਏ, ਦੁਆਪਰ ਯੁੱਗ ਦਾ ਵੀ ਦੇਖੀਏ ਤਾਂ ਗੁਰਬਾਣੀ ਸਾਨੂੰ ਦੱਸਦੀ ਆ ਕਿ ਦੇਖੋ ਇੱਕ ਕਿੱਡਾ ਵੱਡਾ ਰਿਸ਼ੀ ਸੀਗਾ ਦੁਰਵਾਸਾ, ਅਤੇ ਕਹਿੰਦੇ ਦੇਖੋ ਦੁਰਵਾਸਾ ਸੁ ਕਰਤ ਠਗੋਰੀ ਜਾਦਵ ਇਹ ਫਲ ਪਾਏ, ਕਿ ਇੱਕ ਦੁਰਵਾਸਾ ਰਿਸ਼ੀ ਨੂੰ ਮਖੌਲ ਕਰਨ ਦੇ ਨਾਲ ਜਾਦਵਾਂ ਨੇ ਆਪਣੀ ਕੁੱਲ ਖਤਮ ਕਰ ਲਈ। ਤਾਂ ਉਹ ਜਿਹੜੀ ਕੁੱਲ ਸੀ ਉਹਨਾਂ ਟਾਈਮਾਂ ਵਿੱਚ ਉਹਦੀ ਜਿਹੜੀ ਗਿਣਤੀ ਸੀ, ਜਿਹਦੇ ਵਿੱਚ ਕ੍ਰਿਸ਼ਨ ਭਗਵਾਨ ਵੀ ਆਉਂਦੇ ਸੀ, 70 ਕਰੋੜ ਸੀਗੇ, ਅਤੇ 70 ਕਰੋੜ ਦੇ ਕਰੋੜ ਜਿਹੜੀ ਕੁੱਲ ਸੀ ਉਹ ਖਤਮ ਹੋ ਗਈ। ਐਸੀ ਉਹਦੇ ਵਿੱਚ ਇੱਕ ਮਹਾਂਮਾਰੀ ਚੱਲੀ ਸੀਗੀ ਕਿ ਜਿਹੜੀ ਹਰੇਕ ਚੀਜ਼ ਜਿਹੜੀ ਸੀ ਉਹ ਜ਼ਹਿਰ ਬਣ ਗਈ ਸੀ। ਇਹ ਕੀ ਆ, ਇੱਕ ਜਦੋਂ ਨੈਗੇਟਿਵ ਥੋਟ ਜਿਹੜੀ ਉਹਨਾਂ ਵਿੱਚ ਪੈਦਾ ਹੋਈ ਸੀ, ਜਦੋਂ ਉਹਨਾਂ ਨੇ ਸ਼ਰਾਬਾਂ ਪੀਤੀਆਂ। ਬਾਕੀ ਜਿਹੜਾ ਸਾਰਾ ਜੋ ਇਤਿਹਾਸ ਹੈ ਆਪ ਸਾਰੀਆਂ ਸੰਗਤਾਂ ਜਿਹੜੀਆਂ ਉਹ ਜਾਣਦੀਆਂ ਹੈਗੀਆਂ ਕਿ ਮੰਨਣ ਵਾਲਿਆਂ ਨੂੰ ਮਖੌਲ ਕਰ, ਜਿਹੜਾ ਫਿਰ ਇਨਸਾਨ ਜਿਹੜਾ ਮੰਨਣ ਵਾਲਿਆਂ ਨੂੰ ਮਖੌਲ ਕਰੇ ਉਹਨਾਂ ਵਾਸਤੇ ਫਿਰ ਜਿਹੜਾ ਹੈਗਾ ਇਹ ਜੋ ਉਹਦਾ ਨਤੀਜਾ ਫਿਰ ਬਾਅਦ 'ਚ ਭੁਗਤਣਾ ਪੈਂਦਾ ਹੈਗਾ। ਉਹ ਫਿਰ ਨਤੀਜਾ ਜਿਹੜਾ ਉਹਦੀ ਲਪੇਟ ਦੇ ਵਿੱਚ ਫਿਰ ਸਾਰੇ ਆ ਜਾਂਦੇ। ਕਿਉਂ? ਫਿਰ ਜਦੋਂ ਅੱਗ ਜੰਗਲ ਨੂੰ ਲੱਗਦੀ ਫਿਰ ਉਹ ਅੱਗ ਇਹ ਨਹੀਂ ਦੇਖਦੀ ਵੀ ਇਹ ਕਰਕੇ ਦਾ ਹੈਗਾ, ਬਸ ਉਹ ਸਾੜਦੀ ਹੀ ਚਲੀ ਜਾਂਦੀ ਆ। ਸੋ ਅਗਲਾ ਅੱਗੇ ਆਪਾਂ ਥੋੜ੍ਹਾ ਜਿਹਾ ਦੇਖ ਲਈਏ। ਉਹ ਪੁਆਇੰਟ ਕੀ ਆ
ਉਹ ਇਹ ਹੈਗਾ ਕਿ ਜਿੰਨੇ ਵੀ ਜਿਹੜੇ ਧਾਰਮਿਕ ਗ੍ਰੰਥ ਵਾ, ਸਾਰੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਨਾ ਸ਼ੁਰੂ ਕਰਤਾ ਇਨਸਾਨ ਨੇ। ਆਪਾਂ ਦੇਖਦੇ ਹਾਂ ਕਿ ਜਦੋਂ ਧਾਰਮਿਕ ਗ੍ਰੰਥਾਂ ਦਾ ਅਪਮਾਨ ਸ਼ੁਰੂ ਹੋਇਆ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪਾਂ ਨੂੰ ਵੀ ਜਿਹੜਾ ਅੱਗਾਂ ਲਾਈਆਂ ਗਈਆਂ, ਜੋ ਇਹੋ ਜਿਹੀ ਜਿਹੜੀ ਲਹਿਰ ਸੀਗੀ ਇਹਨਾਂ ਵੱਲੋਂ ਜਿਹੜੀ ਚਲਾਈ ਗਈ ਆ, ਕਿਉਂਕਿ ਉਹ ਸੱਚ ਨੂੰ ਦਬਾਉਣਾ ਚਾਹੁੰਦੇ ਸੀ। ਦੇਖੋ ਜਿਹੜਾ ਸੱਚ ਹੈ ਉਹ ਦੱਬਿਆ ਨਹੀਂ ਜਾਂਦਾ, ਉਹਨਾਂ ਨੂੰ ਪਤਾ ਕਿ ਖਾਸ ਕਰਕੇ ਜਿਹੜੀ ਸਿੱਖ ਕੌਮ ਆ ਇੰਨੀ ਚੜ੍ਹਦੀ ਕਲਾ 'ਚ ਕਿਉਂ ਹੈ, ਇਹਨਾਂ ਦੇ ਪਾਸ ਬਾਣੀ ਆ। ਅਤੇ ਜਦ ਬਾਣੀ ਆ ਤਾਂ ਬਾਣੀ ਵੀ ਉਹ ਆ ਜਿਹੜੀ ਕਿਸੇ ਦੀ ਆਪਣੀ ਜਿਹੜੀ ਉਹਦੇ ਵਿੱਚ ਕੋਈ ਲਿਖਤ ਨਹੀਂ ਆ। ਇਹ ਧੁਰ ਕੀ ਬਾਣੀ ਆਈ ਜਨ ਸਗਲੀ ਜੰਤ ਮਟਾਈ, ਇਹ ਉਹ ਬਾਣੀ ਹੈ ਜਿਹੜੀ ਧੁਰੋਂ ਆਈ ਆ। ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇਲਾ ਲੋ, ਜਿਹੋ ਜਿਹੀ ਬਾਣੀ ਜਿਹੜੀ ਅਕਾਲ ਪੁਰਖ ਦੀ ਆਉਂਦੀ ਉਹੋ ਜਿਹਾ ਗਿਆਨ। ਪਰ ਇੱਥੇ ਭੰਡੀ ਪ੍ਰਚਾਰਕਾਂ ਨੇ ਜਾਣੀ ਕਿ ਇੱਥੋਂ ਤੱਕ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਬਾਣੀ ਧੁਰ ਦੀ ਨਹੀਂ ਹੈਗੀ ਆ, ਇਹ ਕਿਸੇ ਦੀ ਆਪਣੀ ਬਣਾਈ ਹੋਈ ਹੈ, ਆਪਣੀ ਜਿਹੜੀ ਉਹ ਕਵਿਤਾ ਹੈਗੀ। ਇਸ ਕਰਕੇ ਧਾਰਮਿਕ ਗ੍ਰੰਥਾਂ ਦਾ ਜਿਹੜਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ ਕਿ ਬਾਣੀ ਪੜ੍ਹਨ ਦੀ ਕੀ ਲੋੜ ਹੈ, ਵੇਦ ਸ਼ਾਸਤਰਾਂ ਦਾ ਜਿਹੜਾ ਗਿਆਨ ਆ ਉਹਦੀ ਕੀ ਲੋੜ ਆ, ਸਿਮਰਤੀਆਂ ਸ਼ਾਸਤਰ ਪੜ੍ਹਨ ਦੀ ਕੀ ਲੋੜ ਹੈਗੀ ਆ। ਇਹ ਸਾਰਾ ਕੁਝ ਜਿਹੜਾ ਭੰਡੀ ਪ੍ਰਚਾਰ ਚੱਲਿਆ, ਜਿਹੜਾ ਨੈਗੇਟਿਵ ਥੋਟ ਜਿਹੜੀ ਹੋਈ ਆ ਉਹਦਾ ਅਸਰ ਵੀ ਜਿਹੜਾ ਬ੍ਰਹਿਮੰਡ ਦੇ ਵਿੱਚ ਫਿਰ ਇਕੱਠਾ ਹੋਣਾ ਸ਼ੁਰੂ ਹੋ ਗਿਆ ਸੀਗਾ। ਸੋ ਅਗਲੀ ਆਪਾਂ ਥੋੜ੍ਹਾ ਦੇਖ ਲੈਂਦੇ ਹਾਂ ਕਿ ਜਿੰਨੇ ਵੀ ਜਿਹੜੇ ਧਾਰਮਿਕ ਅਸੂਲ ਹਨ ਉਹਨਾਂ ਦੇ ਵੀ ਅਸੀਂ ਮਖੌਲ ਉਡਾਉਣੇ ਸ਼ੁਰੂ ਕੀਤੇ ਇਨਸਾਨ ਨੇ। ਜਦੋਂ ਧਾਰਮਿਕ ਅਸੂਲਾਂ ਦੇ ਜਿਹੜੇ ਮਖੌਲ ਉਡਾਉਣੇ ਸ਼ੁਰੂ ਹੋਏ ਆ, ਜਿਹਦੇ ਕਰਕੇ ਕਈ ਸ਼ਰਧਾਵਾਨ ਜਿਹੜੇ ਵਾਹਿਗੁਰੂ ਦੇ ਪਿਆਰੇ ਸੀ ਉਹ ਅੰਦਰੋਂ ਟੁੱਟਣੇ ਸ਼ੁਰੂ ਹੋ ਗਏ। ਜਿਨ੍ਹਾਂ ਦੇ ਅੰਦਰ ਹਜੇ ਥੋੜ੍ਹੀ ਘੱਟ ਸ਼ਰਧਾ ਸੀ, ਜਿਹਨੂੰ ਕਹਿੰਦੇ ਕਿ ਜਿਹਦੇ ਅੰਦਰ ਹਜੇ ਕੱਚੀ ਸ਼ਰਧਾ ਹੁੰਦੀ ਆ। ਕੱਚੀ ਸ਼ਰਧਾ ਵਾਲਾ ਬੰਦਾ ਜਿਹੜਾ ਛੇਤੀ ਟੁੱਟ ਜਾਂਦਾ, ਖਾਸ ਕਰਕੇ ਉਹ ਤਾਂ ਸੂਰਮੇ ਹੁੰਦੇ ਜਿਨ੍ਹਾਂ ਦੇ ਅੰਦਰ ਪੱਕੀ ਸ਼ਰਧਾ ਹੁੰਦੀ ਆ। ਅਤੇ ਜਦੋਂ ਇਨਸਾਨ ਨੇ ਜਾਣੀ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਕਿਰਪਾਨ ਦੀ ਕੀ ਲੋੜ ਆ, ਅੰਮ੍ਰਿਤ ਛਕਣ ਦੀ ਕੀ ਲੋੜ ਆ, ਇੱਥੋਂ ਤੱਕ ਕਹਿਤਾ ਕਿ ਜੋਤ ਜਿਹੜੀ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਕੋਲ ਜਗਾਉਂਦੇ ਹਾਂ ਉਹਦੀ ਕੀ ਲੋੜ ਆ, ਚੌਰ ਸਾਹਿਬ ਕਰਨ ਦੀ ਧੰਨ ਗੁਰੂ ਗ੍ਰੰਥ ਸਾਹਿਬ ਦੇ ਉੱਪਰ ਕੀ ਜ਼ਰੂਰਤ ਹੈਗੀ ਆ, ਅਤੇ ਜਲ ਰੱਖਣ ਦੀ ਕੀ ਲੋੜ ਆ। ਇਸ ਤਰ੍ਹਾਂ ਦੀ ਜਦੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਹਨ ਇਹ ਨੈਗੇਟਿਵ ਥੋਟ ਦੇ ਵਿੱਚ ਫੈਲਾਈਆਂ ਗਈਆਂ। ਇਹ ਸਾਰੇ ਖਿਆਲ ਵਾ ਜਦ ਇਹਦਾ ਅਸਰ ਪੂਰਾ ਬ੍ਰਹਿਮੰਡ ਵਿੱਚ ਹੋਇਆ, ਜਿਹਦੇ ਕਰਕੇ ਇਹ ਜਿਹੜਾ ਸੰਤੁਲਨ ਸੀਗਾ ਇਹ ਹੋਰ ਵੀ ਖਰਾਬ ਹੋਣਾ ਸ਼ੁਰੂ ਹੋ ਗਿਆ ਸੀਗਾ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਜਿਵੇਂ ਗੁਰੂ ਘਰ ਦੇ ਵਿੱਚ ਜੋ ਸਾਡੇ ਗੁਰੂ ਸਾਹਿਬਾਂ ਨੇ ਜੋ ਵੀ ਸਮੇਂ ਦੇ ਵਿੱਚ ਚੀਜ਼ਾਂ ਨੂੰ ਉਜਾਗਰ ਕੀਤਾ, ਜਿਵੇਂ ਦੇਖੋ ਬਾਬੇ ਨਾਨਕ ਨੇ ਉਹਨਾਂ ਟਾਈਮਾਂ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੀ ਸੀਗੀ ਜਿੰਨਿਆਂ ਦੀ ਵੀ ਜਿਹੜੀ ਸੋਚ ਸੀਗੀ, ਉਸ ਸੋਚ ਨੂੰ ਸੱਚ ਦੇ ਮਾਰਗ ਦੇ ਉੱਤੇ ਚੱਲਣ ਵਾਸਤੇ ਬਾਬੇ ਨਾਨਕ ਨੇ ਦੇਖੋ ਕਿੰਨੀ ਜਿਹੜੀ ਯਾਤਰਾ ਕੀਤੀ ਪੂਰੀ ਸੰਸਾਰ ਦੇ ਅੰਦਰ। ਜਿਹਨੂੰ ਭਾਈ ਗੁਰਦਾਸ ਜੀ ਨੇ ਆਖਿਆ ਹੈਗਾ ਕਿ 9 ਖੰਡ ਪ੍ਰਿਥਵੀ ਸੱਚਾ ਟੋਆ। ਦੇਖੋ 9 ਖੰਡ ਪ੍ਰਿਥਵੀ, ਸਾਰੀ ਪ੍ਰਿਥਵੀ ਦੇ ਉੱਤੇ ਬਾਬੇ ਨਾਨਕ ਨੇ ਜਿਹੜੀ ਉਹ ਸੱਚ ਦਾ ਹੋਕਾ ਦਿੱਤਾ, ਪ੍ਰਚਾਰ ਕੀਤਾ। ਥਾਂ ਥਾਂ 'ਤੇ ਜਾ ਕੇ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਂਦੇ ਹੁੰਦੇ ਸੀਗੇ ਧਾਰਮਿਕ ਆਗੂ, ਉਹਨਾਂ ਦੇ ਨਾਲ ਵਿਚਾਰਾਂ ਕੀਤੀਆਂ ਅਤੇ ਉਹਨਾਂ ਨੂੰ ਫਿਰ ਸੱਚ ਦੀ ਜਿਹੜੀ ਸੇਧ ਦਿੱਤੀ। ਜਿੱਦਾਂ ਦਾ ਕੋਈ ਸੀਗਾ ਉਹਨੂੰ ਉਸ ਤਰੀਕੇ ਦੇ ਨਾਲ ਸਮਝਾਇਆ ਗਿਆ, ਉਹਨੂੰ ਦੱਸਿਆ ਗਿਆ ਭਾਈ ਜਿਹੜਾ ਸੱਚ ਵਾ ਉਹ ਸੱਚ ਹੀ ਰਹਿੰਦਾ ਹੈਗਾ, ਅਤੇ ਜਿਹੜਾ ਝੂਠ ਹੈ ਝੂਠ 'ਤੇ ਕਦੀ ਪੈਰ ਨਹੀਂ ਹੁੰਦੇ। ਸੋ ਉਸ ਟਾਈਮ 'ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਦੋਂ ਪਹਿਲਾਂ ਤਾਂ ਸਾਰਿਆਂ ਦੀ ਜਿਹੜੀ ਸੋਚ ਨੂੰ ਜਿਹੜਾ ਬਦਲਿਆ ਸੀਗਾ, ਜਿਹੜੀ ਉਹਨਾਂ ਦੇ ਅੰਦਰ ਨਾਵਾਚਕ ਸੋਚ ਪੈਦਾ ਹੋ ਰਹੀ ਸੀ। ਅਗਰ ਉਹ ਜਿਹੜੀ ਸੋਚ ਸੀਗੀ ਉਸ ਟਾਈਮ ਇੰਨੀ ਜ਼ਿਆਦਾ ਪ੍ਰਬਲ ਹੋ ਗਈ ਸੀ ਕਿ ਬ੍ਰਹਿਮੰਡ ਤਾਂ ਇੱਕ ਪਾਸੇ ਰਿਹਾ, ਉਸ ਟਾਈਮ ਇਹ ਜਿਹੜੀ ਧਰਤੀ ਸੀ ਇਹ ਧਰਤੀ ਜਿਹੜੀ ਸੀ ਇਹ ਰਸਾਤਲ ਦੇ ਵਿੱਚ ਚਲੀ ਜਾਣੀ ਸੀ, ਉਸ ਪਾਣੀ ਦੇ ਵਿੱਚ ਚਲੀ ਜਾਣੀ ਸੀ, ਜਿਹਨੂੰ ਭਾਈ ਗੁਰਦਾਸ ਜੀ ਨੇ ਆਖਿਆ ਹੈ ਕਿ ਨਿੱਘਰ ਚਲੇ ਰਸਾਤਲ ਟੋਇਆ। ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦੇਸੇ ਜੱਗ ਵਿੱਚ ਕੋਆ। ਫਿਰ ਦੇਖੋ ਆਪ ਨਿਰੰਕਾਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਜਿਹੜਾ ਸੀਗਾ ਉਹ ਰੂਪ ਧਾਰ ਕੇ ਸੰਸਾਰ 'ਚ ਆਏ, ਅਤੇ ਤਾਂ ਜਾ ਕੇ ਜਿਹੜਾ ਸੀ ਇਹ ਬਚਾਅ ਹੋਇਆ ਸੀਗਾ। ਦੇਖੋ ਉਸ ਤੋਂ ਬਾਅਦ ਫਿਰ ਦੇਖੋ ਸਮੇਂ 'ਚ ਗੁਰੂ ਸਾਹਿਬਾਂ ਨੇ ਜਿਹੜੀਆਂ ਚੀਜ਼ਾਂ ਨੂੰ ਪ੍ਰਗਟ ਕੀਤਾ, ਖਾਸ ਕਰਕੇ ਦੇਖੋ ਪਹਿਲਾਂ ਮਹਾਰਾਜ ਨੇ ਜਾਣੀ ਕਿ ਜਦ ਆਏ ਆ, ਉਹਨਾਂ ਨੇ ਆ ਕੇ ਪਹਿਲਾਂ ਬਾਬੇ ਨਾਨਕ ਨੇ ਤਾਂ ਸਾਰਿਆਂ ਨਾਲ ਸੰਗਤ ਹੀ ਕੀਤੀ, ਪਰ ਗੁਰੂ ਸਾਹਿਬ ਨੇ ਵੀ ਜਾਣੀ ਕਿ ਸੰਗਤ ਦੇ ਨਾਲ ਲੰਗਰ ਦੀ ਵੀ ਪ੍ਰਥਾ ਸ਼ੁਰੂ ਕੀਤੀ। ਜਦ ਲੰਗਰ ਦੀ ਪ੍ਰਥਾ ਸ਼ੁਰੂ ਕੀਤੀ ਤਾਂ ਉਸ ਟਾਈਮ ਊਚ ਨੀਚ ਦਾ ਬੜਾ ਭੇਦਭਾਵ ਸੀਗਾ। ਇਹਨੂੰ ਮਿਟਾਉਣ ਵਾਸਤੇ ਮਹਾਰਾਜ ਨੇ ਚਾਹੇ ਕੋਈ ਰਾਜਾ ਸੀ ਚਾਹੇ ਰੰਕ ਸੀਗਾ, ਸਾਰੇ ਇੱਕ ਸਮਾਨ ਜਿਹੜੇ ਸੀਗੇ ਉਹਨਾਂ ਨੂੰ ਪੰਗਤਾਂ ਵਿੱਚ ਬਿਠਾ ਕੇ ਲੰਗਰ ਛਕਾਇਆ। ਫਿਰ ਇੱਥੋਂ ਤੱਕ ਉਹਨਾਂ ਟਾਈਮਾਂ ਦੇ ਵਿੱਚ ਸਮਾਜ ਦੇ ਵਿੱਚ ਜਾਣੀ ਇੰਨੀ ਜਿਹੜੀ ਨੈਗੇਟਿਵ ਸੋਚ ਸੀ ਵੀ ਅਸੀਂ ਹੋਰ ਹਾਂ ਅਤੇ ਇਹ ਹੋਰ ਆ, ਇਨਸਾਨਾਂ ਦੀ ਜਿਹੜੀ ਹੈਗੀ ਕੋਈ ਚੀਜ਼ ਨਹੀਂ ਹੈਗੀ ਆ, ਅਸੀਂ ਵੱਡੇ ਹਾਂ ਛੋਟੇ ਹਾਂ। ਦੇਖੋ ਮਹਾਰਾਜ ਨੇ ਦੇਖੋ ਸਰੋਵਰ ਬਣਾਏ,
ਤੇ ਕੱਲੇ ਸਰੋਵਰ ਜਿਹੜੇ ਸੀਗੇ ਉਹ ਇਸ ਤਰ੍ਹਾਂ ਨਹਾਉਣ ਵਾਸਤੇ ਨਹੀਂ ਸੀ ਬਣਾਏ ਵੀ ਇਹਦੇ ਵਿੱਚ ਸਾਰੇ ਹੀ ਨਹਾ ਸਕਦੇ, ਕਿ ਵੀ ਇੱਥੇ ਛੂਤ ਛਾਤ ਮਟਾਉਣ ਦੀ ਗੱਲ ਨਹੀਂ। ਉਸ ਜਲ ਦੇ ਵਿੱਚ ਐਸੀ ਬਰਕਤ ਪਾਈ ਆ ਮਹਾਰਾਜ ਨੇ ਕਿ ਉਸ ਜਲ ਦੇ ਵਿੱਚ ਦੇਖੋ ਸਾਨੂੰ ਬਾਣੀ ਨੇ ਦੱਸ ਦਿੱਤਾ ਕਿ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਜਿੰਨੇ ਵੀ ਜਿਹੜੇ ਪਾਪ ਆ ਸਰੋਵਰ ਵਿੱਚ ਇਸ਼ਨਾਨ ਕਰਨਾ ਦੂਰ ਹੋ ਜਾਂਦੇ ਆ। ਦੇਖੋ ਜਿੱਥੇ ਜਿੱਥੇ ਵੀ ਸਰੋਵਰ ਉੱਥੇ ਗੁਰੂ ਸਾਹਿਬ ਦੇ ਬਚਨ ਜਿਹਨਾਂ ਸਰੋਵਰਾਂ ਵਿੱਚ ਨਾਲ ਚੱਲਦੇ ਆ। ਅੱਜ ਵੀ ਸ਼ਰਧਾਵਾਨ ਜਿਹੜੀਆਂ ਸੰਗਤਾਂ ਹਨ ਉਹਨਾਂ ਤੋਂ ਲਾਹਾ ਲੈ ਰਹੀਆਂ। ਜਿੱਥੇ ਹੁਣ ਦੇਖੋ ਬੱਚੇ ਨੂੰ ਸੋਕੜਾ ਹੈਗਾ ਤੇ ਜਿੱਥੇ ਵੀ ਵਰਦਾਨ ਹੈ ਉਹ ਸਰੋਵਰ ਦੇ ਵਿੱਚ ਜਿਹੜੀਆਂ ਅਜੇ ਵੀ ਸੰਗਤਾਂ ਸ਼ਰਧਾਵਾਨ ਇਸ਼ਨਾਨ ਕਰਾਉਂਦੀਆਂ ਤੇ ਉੱਥੇ ਅਜੇ ਵੀ ਜਿਹੜੀ ਹੈ ਨਾ ਉਹ ਕਲਾ ਜਾਰੀ ਕਲਾ ਜਿਹੜੀ ਉਹ ਵਰਤਦੀ ਹੈ। ਪਰ ਆਪਾਂ ਦੇਖਦੇ ਹਾਂ ਕਿ ਕਈਆਂ ਨੇ ਕੋਸ਼ਿਸ਼ ਕੀਤੀ ਆ ਕਿ ਇਹਨਾਂ ਸਰੋਵਰਾਂ ਦੀ ਭੰਡੀ ਕੀਤੀ ਜਾਵੇ, ਕਿ ਇਹਨਾਂ ਸਰੋਵਰਾਂ ਵਿੱਚ ਇਸ਼ਨਾਨ ਕਰਨ ਦੇ ਨਾਲ ਕੀ ਹੋ ਜਾਊਗਾ, ਨਲਕੇ ਦਾ ਪਾਣੀ ਤੇ ਸਰੋਵਰ ਦੇ ਪਾਣੀ ਦੇ ਵਿੱਚ ਕੀ ਫਰਕ ਹੈਗਾ, ਸਾਰੇ ਇੱਕੋ ਜਿਹੇ ਆ, ਪਾਣੀ ਸਾਰਾ ਇੱਕੋ ਜਿਹਾ। ਜਦੋਂ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਆ ਉਹ ਸੰਗਤਾਂ ਦੇ ਉੱਤੇ ਜਿਹੜੇ ਸੀਗੇ ਉਹ ਬਾਰ-ਬਾਰ ਜ਼ੋਰ ਦੇ ਨਾਲ ਜਿਹੜੇ ਸੀ ਚਰਲਾ ਕੇ ਜਿਹੜੇ ਸੀਗੇ ਇਹਨਾਂ ਲੋਕਾਂ ਨੇ ਕਹੇ ਆ ਤੇ ਸਰੋਵਰਾਂ ਦੀ ਨਿੰਦਾ ਕੀਤੀ ਆ, ਤੇ ਫਿਰ ਉਹ ਜਿਹੜਾ ਨੈਗੇਟਿਵ ਪ੍ਰਭਾਵ ਸੀਗਾ ਉਹਦੇ ਕਰਕੇ ਜਿਹੜੀਆਂ ਬਿਮਾਰੀਆਂ ਸਰੋਵਰਾਂ ਦੇ ਇਸ਼ਨਾਨ ਕਰਨ ਦੇ ਨਾਲ ਦੂਰ ਹੁੰਦੀਆਂ ਸੀਗੀਆਂ ਉਹ ਅੰਦਰ ਹੀ ਅੰਦਰ ਜਿਹੜੀਆਂ ਜਮ੍ਹਾਂ ਹੁੰਦੀਆਂ ਹੈਗੀਆਂ, ਤੇ ਜਿਸ ਕਰਕੇ ਇਨਸਾਨ ਜਿਹੜਾ ਨਾ ਪੂਰੀ ਤਰ੍ਹਾਂ ਇਹਨਾਂ ਬਿਮਾਰੀਆਂ ਦੇ ਵਿੱਚ ਜਿਹੜਾ ਸੀ ਉਹ ਗਰਸਿਆ ਗਿਆ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਸੱਜਣ ਹੈਗੇ ਆ ਉਹਨਾਂ ਸੱਜਣਾਂ ਨੇ ਦੇਖੋ ਹੋਰ ਸਰੋਵਰ ਤਾਂ ਇੱਕ ਪਾਸੇ ਗੁਰੂ ਘਰਾਂ ਦੀ ਜਿਹੜੀ ਨਿੰਦਾ ਕਰਨੀ ਸ਼ੁਰੂ ਕਰ ਦਿੱਤੀ ਕਿ ਦੇਖੋ ਇੱਥੇ ਜਿਹੜਾ ਹੈਗਾ ਇਹ ਬਣਾਉਣ ਦੀ ਕੀ ਲੋੜ ਆ, ਜਿਹੋ ਜਿਹੀ ਗੁਰਦੁਆਰੇ ਸਾਹਿਬ ਦੀ ਇਮਾਰਤ ਇਹੋ ਜਿਹਾ ਘਰ ਹੈਗਾ ਇਹਦੇ ਵਿੱਚ ਤੇ ਉੱਥੇ ਕਿਹੜਾ ਕੋਈ ਰੱਬ ਜਿਹੜਾ ਕੋਈ ਵਿਸ਼ੇਸ਼ ਵੱਸਦਾ ਹੈਗਾ। ਜਦ ਇਸ ਤਰ੍ਹਾਂ ਦੀ ਜਿਹੜੀ ਨੈਗੇਟਿਵ ਸੋਚ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਸਾਨੂੰ ਗੁਰਬਾਣੀ ਜਾਂ ਭਾਈ ਗੁਰਦਾਸ ਜੀ ਨੇ ਸਾਨੂੰ ਕੀ ਆਖਿਆ ਕਿ ਜਿੱਥੇ ਬਾਬਾ ਪੈਰ ਧਰੇ, ਕਿ ਜਿੱਥੇ ਵੀ ਜਿਹੜਾ ਇਤਿਹਾਸਕ ਕੋਈ ਕਾਰਜ ਹੋਇਆ ਗੁਰੂ ਨਾਨਕ ਸਾਹਿਬ ਮਹਾਰਾਜ ਨੇ 10 ਜਾਮਿਆਂ 'ਚ ਜਿੱਥੇ ਵੀ ਜਿਹੜਾ ਸੀਗਾ ਆਪਣੇ ਚਰਨ ਰੱਖਿਆ ਪੂਜਾ ਆਸਣ ਥਾਪਣ ਸੋਇਆ, ਉਹ ਜਗ੍ਹਾ ਜਿਹੜੀ ਆ ਉਹ ਪੂਜਾ ਦੇ ਯੋਗ ਆ ਭਾਈ। ਉਹ ਜਗ੍ਹਾ ਜਿਹੜੀ ਹੈ ਪੱਕੀ ਮੋਹਰ ਹੈਗੀ ਆ। ਆਪਾਂ ਦੇਖਦੇ ਹਾਂ ਕਿ ਹਿੰਦੂ ਧਰਮ ਦੇ ਵਿੱਚ 68 ਤੀਰਥ ਆ। ਅੱਜ ਵੀ ਜਿਹੜੀਆਂ ਸੰਗਤਾਂ ਨੇ 68 ਤੀਰਥਾਂ ਦੇ ਇਸ਼ਨਾਨ ਕਰਦੀਆਂ। ਅੱਜ ਵੀ ਉਹਨਾਂ ਦੇ ਵਿੱਚ ਜਿਹੜੀ ਪਰੰਪਰਾ ਹੈ ਨਾ ਸਾਡੇ ਨਾਲ ਬਹੁਤ ਵਧੀਆ ਹੈਗੀ ਆ। ਪਰ ਅਸੀਂ ਆਪਣੀ ਜਿਹੜੀ ਨੈਗੇਟਿਵ ਥੋਟ ਕਿਉਂ, ਇਹਦਾ ਕਾਰਨ ਇੱਕੋ ਹੀ ਹੈਗਾ ਕਿ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਸਿੱਖਾਂ ਦੀ ਅੱਜ ਤੱਕ ਚੜ੍ਹਦੀ ਕਲਾ ਰਹੀ ਹੈ ਨਾ ਉਸ ਨੂੰ ਠੱਲ ਪਾਈ ਜਾਵੇ। ਇਸ ਕਰਕੇ ਇਹ ਜਿਹੜਾ ਅੰਦਰੋਂ ਖਤੇ ਕੰਮ ਹੁੰਦਾ ਸੀਗਾ ਉਹਦੇ ਨਾਲ ਫਿਰ ਜਿਹੜੀ ਦੂਸਰਿਆਂ ਦੇ ਉੱਤੇ ਪ੍ਰਭਾਵ ਪੈਂਦਾ ਸੀ। ਇਸ ਜਿਹੜੀ ਹਾਂ ਵਾਚਕ ਸੋਚ ਸੀ ਇਹਨੂੰ ਨਾ ਵਾਚਕ ਬਣਾਉਣ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾਇਆ ਜਾਂਦਾ ਸੀਗਾ। ਤੇ ਜਿਹੜੇ ਕੱਚੇ ਆਦਮੀ ਸੀਗੇ ਜਾਂ ਜਿਹੜੇ ਇਸ ਪਾਸੇ ਹਜੇ ਤੁਰ ਨਹੀਂ ਲੱਗੇ ਸੀਗੇ ਉਹਨਾਂ ਦੀ ਜਿਹੜੀ ਸੋਚ ਸੀ ਉਹਨੂੰ ਰੋਕਿਆ ਗਿਆ, ਜਿਸ ਕਰਕੇ ਉਹਨਾਂ ਦੇ ਅੰਦਰ ਵੀ ਜਦੋਂ ਨੈਗੇਟਿਵ ਪ੍ਰਭਾਵ ਬਣੇ ਆ ਤਾਂ ਉਹਨਾਂ ਨੈਗੇਟਿਵ ਪ੍ਰਭਾਵਾਂ ਨੇ ਵੀ ਇਸ ਬ੍ਰਹਿਮੰਡ ਦੇ ਵਿੱਚ ਜਿਹੜਾ ਸੀਗਾ ਉਹਦੇ ਵਿੱਚ ਜਾ ਕੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਜਾਣੀ ਕਿ ਇਹ ਸਾਰਾ ਜਿਹੜਾ ਸੰਤੁਲਨ ਸੀਗਾ ਹੈ ਨਾ ਇਸ ਬ੍ਰਹਿਮੰਡ ਦਾ ਉਹ ਸਾਰਾ ਵਿਗੜਿਆ ਹੈਗਾ। ਉਸ ਤੋਂ ਬਾਅਦ ਇਹ ਦੇਖਦੇ ਹਾਂ ਕਿ ਗੁਰੂ ਘਰ ਦੇ ਵਿੱਚ ਲੰਗਰ ਚੱਲਦੇ ਆ। ਹੁਣ ਦੇਖੋ ਜਦੋਂ ਗੁਰੂ ਘਰ ਦੇ ਵਿੱਚ ਲੰਗਰ ਚੱਲਦੇ ਆ ਹੈ ਨਾ ਤੇ ਇਹਨਾਂ ਲੰਗਰਾਂ ਦੇ ਚੱਲਣ ਦੇ ਕਾਰਨ ਆਪਾਂ ਦੇਖਦੇ ਹਾਂ ਕਿ ਇੱਕ ਨਹੀਂ ਲੱਖਾਂ ਹੀ ਸੰਗਤਾਂ ਜਿਹੜੀਆਂ ਹਨ ਉਹ ਆਪਣਾ ਜਿਹੜਾ ਹੈਗਾ ਉਹ ਵਾਹਿਗੁਰੂ ਬਿਲਕੁਲ ਚੱਲਦੇ ਲੰਗਰ ਦੇ ਉੱਪਰ ਆਪਣੇ ਜੀਵਨ ਦਾ ਨਿਰਵਾਹ ਕਰਦੀਆਂ ਹੈਗੀਆਂ। ਪਰ ਦੇਖੋ ਇੱਥੇ ਜਿਹੜੀਆਂ ਸੀ ਇਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਇਹਨਾਂ ਚੱਲ ਰਹੇ ਲੰਗਰਾਂ ਦੇ ਉੱਤੇ ਜਿਹੜੇ ਸੀ ਕਈ ਤਰ੍ਹਾਂ ਦੇ ਪ੍ਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਕਿ ਦੇਖੋ ਜਿਹੜੀਆਂ ਸੰਗਤਾਂ ਗੁਰੂ ਘਰ 'ਚ ਆਉਂਦੀਆਂ ਅਗਰ ਲੰਗਰ ਬੰਦ ਕਰ ਦਿੱਤੇ ਜਾਣ ਤਾਂ ਸੰਗਤਾਂ ਜਿਹੜੀਆਂ ਉਹ ਘਟ ਜਾਣ। ਦੇਖੋ ਇਹੋ ਜਿਹੜੇ ਪ੍ਰਚਾਰ ਸੀ ਹੈ ਨਾ ਇਹ ਸਾਡੇ ਸਮੇਂ ਦੇ ਵਿੱਚ ਜਿਹੜੇ ਅਸੀਂ ਦੇਖਣ ਦੇ ਵਿੱਚ ਸੁਣੇ ਆ, ਸਟੇਜਾਂ 'ਚ ਆਮ ਹੋਏ ਆ। ਦੇਖੋ ਬਾਬੇ ਨਾਨਕ ਨੇ 20 ਰੁਪਈਆਂ ਦਾ ਲੰਗਰ ਜਿਹੜਾ ਸੀ ਉਹ ਭੁੱਖੇ ਸਾਧੂਆਂ ਨੂੰ ਛਕਾਇਆ ਸੀਗਾ ਤੇ 20 ਰੁਪਈਆਂ ਦੇ ਲੰਗਰ ਦਾ ਬੂਟਾ ਜਿਹੜਾ ਸੀਗਾ ਉਹ ਅੱਜ ਸੰਸਾਰ ਦੇ ਵਿੱਚ ਉਹ ਅਰਬਾਂ ਖਰਮਾਂ ਦਾ ਰੋਜ਼ ਲੰਗਰ ਚੱਲਦਾ ਹੈਗਾ। ਪਰ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਜੇ ਲੰਗਰ ਨਾ ਹੋਣ ਤਾਂ ਫਿਰ ਸੰਗਤ ਨਾ ਹੋਵੇ। ਹਾਂਜੀ ਇਹੋ ਜਿਹੇ ਜਿਹੜੀਆਂ ਨੈਗੇਟਿਵ ਸੋਚਾਂ ਸੀਗੀਆਂ ਵੀ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਲੰਗਰ ਹੈਗਾ ਇਸ ਲੰਗਰ ਦਾ ਨਿਰਾਦਰ ਕੀਤਾ ਜਾਵੇ। ਤੇ ਜਦੋਂ ਲੰਗਰ ਦਾ ਨਿਰਾਦਰ ਹੋਊਗਾ ਸੰਗਤਾਂ ਛਕਣਗੀਆਂ ਨਾ। ਫਿਰ ਇੱਥੇ ਅਸੀਂ ਇਹ ਵੀ ਦੇਖਦੇ ਹਾਂ ਕਿ ਗੁਰੂ ਘਰ ਦੇ ਵਿੱਚ ਇੱਕ ਜੋ ਮਰਜ਼ਾਦਾ ਹੈਗੀ ਕਿ ਹਰੇਕ ਸਿੱਖ ਆਪਣਾ ਦਸਵੰਧ ਕੱਢੇ। ਜਦ ਦਸਵੰਧ ਕੱਢੇ ਤੇ ਦਸਵੰਧ ਜਿਹੜਾ ਹੈਗਾ ਉਹ ਗੁਰੂ ਘਰ ਦੀ ਸੇਵਾ ਦੇ ਵਿੱਚ ਅਰਪਣ ਕੀਤਾ ਜਾਵੇ। ਤੇ ਜਿਸ ਕਰਕੇ ਜਿਹੜੇ ਹੈ ਨਾ ਗੁਰੂ ਘਰ ਦੇ ਕਾਰਜ ਜਿਹੜੇ ਆ ਸਾਰੇ ਦਸਵੰਧ ਦੇ ਉੱਤੇ ਚੱਲਦੇ ਆ। ਪਰ ਦੇਖੋ ਇਹ ਜਿਹੜੇ ਨੈਗੇਟਿਵ ਸੋਚ ਵਾਲੇ ਪੁਰਾਣੀ ਸੀਗੇ ਇਹਨਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਗੁਰੂ ਘਰ ਦੇ ਵਿੱਚ ਗੋਲਕਾਂ ਵਿੱਚ ਪੈਸੇ ਨਾ ਪਾਓ, ਪੈਸੇ ਦੀ ਕੀ ਲੋੜ ਹੈਗੀ ਆ, ਕੱਲਾ ਮੱਥਾ ਟੇਕੋ, ਪੈਸਾ ਨਾ ਦੇਵੋ, ਇਸ ਤਰ੍ਹਾਂ ਨਾ ਕਰੋ, ਕੀਰਤੀਆਂ ਨੂੰ ਰਾਗੀਆਂ ਨੂੰ ਗ੍ਰੰਥੀ ਸਿੰਘਾਂ ਨੂੰ ਪੈਸਾ ਨਾ ਦੇਵੋ, ਭੇਟਾ ਨਾ ਦੇਵੋ। ਦੇਖੋ ਇਹੋ ਜਿਹੜੇ ਵਿਚਾਰ ਸੀਗੇ ਜਦ ਰੱਖੇ ਗਏ ਆ ਪਰ ਉਹ ਇਹ ਨਹੀਂ ਜਾਣਦੇ ਹੈਗੇ
ਕਿ ਭਾਈ ਗੁਰਦਾਸ ਜੀ ਦੀ ਬਾਣੀ ਨੇ ਦੇਖੋ ਕੀ ਆਖਿਆ ਹੈਗਾ ਕਿ ਅਗਰ ਕੋਈ ਵੀ ਮਨੁੱਖ ਸ਼ਰਧਾਲੂ ਪ੍ਰਾਣੀ ਜਿਹੜਾ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪਿੰਡ ਆਗੇ ਹੋਏ ਲੇਤ ਹੈ। ਕਹਿੰਦੇ ਕਰੋੜਾਂ ਕਦਮ ਅੱਗੇ ਆ ਜਾਂਦਾ। ਤੇ ਅੱਗੇ ਭਾਈ ਗੁਰਦਾਸ ਜੀ ਨੇ ਇਸੇ ਵਾਰ 'ਚ ਦੱਸਿਆ ਹੈ ਕਿ ਭਾਵਨੀ ਭਗਤ ਭਾਏ ਕੌਡੀ ਔਰ ਭਾਗ ਰੱਖ। ਕਹਿੰਦੇ ਅਗਰ ਕੋਈ ਭਾਵਨਾ ਦੇ ਨਾਲ ਇੱਕ ਕੌਡੀ ਵੀ ਰੱਖ ਦਿੰਦਾ ਹੈ ਨਾ, ਤਾਈਓ ਗੁਰ ਸਰਬ ਨਿਧਾਨ ਦਾਨ ਦੇਤੇ ਹੈ। ਕਹਿੰਦੇ ਗੁਰੂ ਸਾਰੇ ਖਜ਼ਾਨੇ ਬਖਸ਼ ਦਿੰਦਾ। ਦੇਖੋ ਇੱਕ ਕੌਡੀ ਦੇ ਬਦਲੇ ਸਾਰੇ ਖਜ਼ਾਨੇ ਖੋਲ੍ਹ ਦਿੰਦਾ। ਤਾਂ ਸਾਡੇ ਇਹ ਜਾਣੀ ਸਟੇਜਾਂ ਦੇ ਉੱਤੇ ਇਹ ਪ੍ਰਚਾਰ ਕੀਤੇ ਗਏ ਕਿ ਗੋਲਕਾਂ ਦੇ ਵਿੱਚ ਪੈਸਾ ਨਾ ਪਾਓ, ਹਾਂਜੀ, ਜੋ ਵੀ ਕੁਛ ਕੰਮ ਕਰੋ ਇਸ ਤਰ੍ਹਾਂ ਕਰੋ, ਇਸ ਤਰ੍ਹਾਂ ਕਰੋ। ਪਰ ਦੇਖੋ ਇਹ ਜਿਹੜੀ ਜੋ ਪੰਥ ਹੈ, ਇਹ ਪੰਥ ਜਿਹੜਾ ਹੈਗਾ ਇਹ ਅਕਾਲ ਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਨਿਰੰਕਾਰ ਦਾ ਹੈ। ਇਸੇ ਕਰਕੇ ਸਾਨੂੰ ਕਲਗੀਧਰ ਮਹਾਰਾਜ ਨੇ ਆਖਿਆ ਕਿ ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਕਿ ਜਦੋਂ ਅਕਾਲ ਪੁਰਖ ਦੀ ਆਗਿਆ ਹੋਈ ਪੰਥ ਜਿਹੜਾ ਹੈ ਨਾ ਫਿਰ ਚੱਲਿਆ ਹੈਗਾ। ਕਿਉਂ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ ਹੈ। ਜਿਹੜਾ ਖਾਲਸਾ ਪੰਥ ਹੈ ਉਹ ਜਦੋਂ ਵਾਹਿਗੁਰੂ ਦੀ ਖੁਸ਼ੀ ਹੋਈ, ਜਦੋਂ ਮੌਜ ਹੋਈ, ਉਦੋਂ ਪ੍ਰਗਟਿਆ। ਪਰ ਜਦੋਂ ਨੈਗੇਟਿਵ ਥਾਟ ਵਾਲਿਆਂ ਨੇ ਆਪਣਾ ਜ਼ੋਰ ਲਾਇਆ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜਿਹੜਾ ਸਾਰਾ ਕੁਛ ਵਾ ਇਹ ਸ਼ੁਰੂ ਹੋਵੇ ਤੇ ਲੋਕਾਂ ਦੀ ਸੋਚ ਨੂੰ ਬਦਲਿਆ ਜਾ ਸਕੇ, ਪਰ ਉਹ ਇਹ ਨਹੀਂ ਜਾਣਦੇ ਕਿ ਇਹ ਜਿਹੜਾ ਵਰਦਾਨ ਹੈ ਇਹ ਆਪ ਕਲਗੀਧਰ ਪਿਤਾ ਨੇ ਹੇਮਕੁੰਟ ਸਾਹਿਬ ਦੇ ਸਮੇਂ ਜਦ ਨਿਰੰਕਾਰ ਦੇ ਨਾਲ ਬੰਦਗੀ ਕੀਤੀ ਸੀ ਉਸ ਟਾਈਮ, ਤੇ ਇਹ ਜਿਹੜੀ ਸੀ ਇਹ ਵਰਦਾਨ ਸੱਚਖੰਡ ਜਿਹੜਾ ਸੀਗਾ ਇਹ ਦਸਮ ਪਿਤਾ ਨੇ ਉਸ ਵਾਹਿਗੁਰੂ ਤੋਂ ਮੰਗਿਆ ਸੀਗਾ। ਜਦੋਂ ਵਾਹਿਗੁਰੂ ਨੇ ਕਿਹਾ ਸੀਗਾ ਕਿ ਤੁਸੀਂ ਸੰਸਾਰ 'ਚ ਜਾ ਕੇ ਜਿਹੜਾ ਸੀਗਾ ਹੈ ਨਾ ਇਹ ਆਪਣਾ ਪੰਥ ਚਲਾਵੋ, ਤੇ ਮਹਾਰਾਜ ਨੇ ਆਖਿਆ ਸੀਗਾ ਕਿ ਠਾਂਡ ਪਿਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਏ, ਪੰਥ ਚਲੇ ਤਬ ਜਗਤ ਮੇਂ ਜਬ ਤੁਮ ਕਰੋ ਸਹਾਏ। ਤੇ ਦੇਖੋ ਉਸ ਟਾਈਮ ਫਿਰ ਮਹਾਰਾਜ ਨੇ ਸੀਸ ਦਿੱਤੀ ਸੀਗੀ। ਮਹਾਰਾਜ ਨੇ ਕਿਹਾ ਸੀ ਪੰਥ ਤਾਂ ਚਲੋ ਜਦੋਂ ਤੁਸੀਂ ਆਪ ਆਪਣਾ ਹੱਥ ਦੇ ਕੇ ਜਿਹੜਾ ਸੀ ਇਸ ਪੰਥ ਦੀ ਸਾਰੀ ਜਿਹੜੀ ਬਾਗਡੋਰ ਸੰਭਾਲੋਗੇ। ਤਾਂ ਉਸ ਵਾਹਿਗੁਰੂ ਨੇ ਆਪ ਜਿਹੜਾ ਹੈ ਨਾ ਇਹ ਜਿਹੜਾ ਪੰਥ ਹੈਗਾ ਇਹ ਆਪਣੀ ਮਿਹਰ ਦੇ ਸਦਕਾ ਜਾਣੀ ਹੈ ਨਾ ਪੂਰੇ ਸੰਸਾਰ ਜਾਣੀ ਤਿੰਨਾਂ ਲੋਕਾਂ ਦੇ ਵਿੱਚ ਸਰਦਾਰ ਬਣਾਤਾ। ਅੱਜ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜੀ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਲੰਗਰਾਂ ਦੇ ਉੱਤੇ ਜਾਣੀ ਇਹਨਾਂ ਦੇ ਸਿੱਖਾਂ ਦੇ ਲੰਗਰ ਚੱਲਦੇ ਆ, ਇਸ ਤਰ੍ਹਾਂ ਗੁਰਦੁਆਰਿਆਂ ਦੇ ਵਿੱਚ ਇਹ ਨਹੀਂ ਹੋਣੇ ਚਾਹੀਦੇ। ਪਰ ਦੇਖੋ ਲੰਗਰ ਵਾਹਿਗੁਰੂ ਦੀ ਐਸੀ ਕਿਰਪਾ ਲੰਗਰ ਘਟਣ ਦੀ ਜਗ੍ਹਾ ਜਾਣੀ ਵਧਣ ਲੱਗੇ ਔਰ ਐਸੇ ਪਦਾਰਥ ਆਏ। ਆਪਾਂ ਦੇਖਦੇ ਹਾਂ ਕਿ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪੁਰਬ ਜਿਹੜਾ ਸੀਗਾ ਵੱਡਾ ਪੁਰਬ ਇਹ ਸੁਲਤਾਨਪੁਰ ਸਾਹਿਬ ਮਨਾਇਆ ਗਿਆ, ਉਸ ਟਾਈਮ ਉੱਥੇ ਪੀਜੇ ਦੇ ਲੰਗਰ ਲੱਗੇ। ਜਦ ਪੀਜੇ ਦੇ ਲੰਗਰ ਲੱਗੇ ਤੇ ਜਿਸ ਕਰਕੇ ਇਹ ਜਿਹੜੇ ਨੈਗੇਟਿਵ ਥੋਟ ਵਾਲੇ ਪ੍ਰਾਣੀ ਸੀ ਇਹਨਾਂ ਤੋਂ ਇਹ ਦੇਖ ਨਹੀਂ ਹੋਏ ਤੇ ਇਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਵੀ ਗੁਰੂ ਘਰ ਦੇ ਵਿੱਚ ਪੀਜੇ ਦੇ ਲੰਗਰ ਜਿਹੜੇ ਇਹ ਨਹੀਂ ਲਾਉਣੇ ਸ਼ੁਰੂ ਕਰ ਦਿੱਤੇ। ਉਹਨਾਂ ਟਾਈਮਾਂ 'ਚ ਪੀਜਾ ਕਿੱਥੇ ਸੀਗਾ ਜਦ ਲੰਗਰ ਲਾਇਆ। ਇਸ ਤਰ੍ਹਾਂ ਦੇ ਕਈ ਤਰ੍ਹਾਂ ਦੀਆਂ ਜਿਹੜੀਆਂ ਸੀ ਉਹ ਇਹ ਨਹੀਂ ਆਪਣੀਆਂ ਵਿਚਾਰਾਂ ਜਾਣੀ ਕਿ ਇੱਕ ਬਹੁਤ ਸਾਰੇ ਝਗੜੇ ਦੇ ਰੂਪ ਦੇ ਵਿੱਚ ਰੱਖੀਆਂ। ਪਰ ਫਿਰ ਵੀ ਅਸੀਂ ਦੇਖਦੇ ਹਾਂ ਕਿ ਜਿੱਥੇ ਪੀਜੇ ਦਾ ਲੰਗਰ ਚੱਲਦਾ ਸੀਗਾ ਹੈ ਨਾ ਉੱਥੇ ਸੰਗਤਾਂ ਦਾ ਬਹੁਤ ਭਾਰਾ ਇਕੱਠ ਹੁੰਦਾ ਸੀਗਾ। ਕਿਉਂ ਇੱਕ ਨਵੀਂ ਗੱਲ ਹੈ, ਖਾਸ ਕਰਕੇ ਜਦੋਂ ਗੁਰੂ ਘਰ ਦੇ ਵਿੱਚ ਜਿਹੜੀਆਂ ਹੈ ਨਾ ਜਦੋਂ ਇਸ ਤਰ੍ਹਾਂ ਦੇ ਲੰਗਰ ਆਉਂਦੇ ਆ ਤੇ ਸੰਗਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਹੈ ਪੈਦਾ ਹੁੰਦੀ ਆ। ਅੱਜ ਅਸੀਂ ਦੇਖਦੇ ਹਾਂ ਕਿ ਅੱਜ ਕਰੋਨਾ ਦੇ ਸਮੇਂ ਦੇ ਵਿੱਚ ਜਦੋਂ ਗੁਰੂ ਘਰਾਂ ਦੇ ਲੰਗਰ ਹਾਲਾਂ ਦੇ ਵਿੱਚ ਜਿਹੜੇ ਹੈ ਉਹ ਗੈਸ ਸਿਲੰਡਰਾਂ ਦੇ ਲੰਗਰ ਲਾਏ ਗਏ। ਜਦ ਗੈਸ ਸਿਲੰਡਰਾਂ ਦੇ ਲੰਗਰ ਲਾਏ ਗਏ ਉਹਦੇ ਵਿੱਚ ਫਿਰ ਆਪਾਂ ਦੇਖਦੇ ਹਾਂ ਡਾਕਟਰੀ ਸਹਾਇਤਾ, ਦਵਾਈਆਂ, ਹਰੇਕ ਚੀਜ਼ਾਂ ਜਿਹੜੀਆਂ ਸਹੂਲਤਾਂ, ਬੈੱਡ ਲਾਏ ਗਏ। ਪੂਰੀ ਦੁਨੀਆ ਅੱਜ ਜਿਹੜੀ ਆ ਖਾਸ ਕਰਕੇ ਜਿਹੜੀ ਆ ਬਾਹਰਲੇ ਮੁਲਕ ਦੇ ਜਿੰਨੀ ਵੀ ਸੰਗਤ ਵਾ ਔਰ ਜਿੰਨੇ ਵੀ ਹੋਰ ਧਰਮਾਂ ਦੇ ਵੱਡੇ ਬਹੁਤ ਦੀਰਘ ਸੋਚ ਵਾਲੇ ਬੁੱਧੀਮਾਨ ਆਦਮੀ ਹਨ ਉਹਨਾਂ ਨੇ ਇਸ ਕੌਮ ਦੀ ਜਿਹੜੀ ਸੀਗੀ ਉਹ ਬੜੇ ਡਟ ਕੇ ਜਿਵੇਂ ਉਹ ਕਹਿ ਲਓ ਕਿ ਬੜੇ ਜ਼ੋਰ ਸ਼ੋਰ ਦੇ ਨਾਲ ਸ਼ਲਾਘਾ ਕੀਤੀ ਵੀ ਅੱਜ ਕਮਾਲ ਦੀ ਕੌਮ ਆ ਜਿਹਨੇ ਜਿਹੜੇ ਹੈ ਕਰੋਨਾ ਦੇ ਮਰੀਜ਼ਾਂ ਦੇ ਵਾਸਤੇ ਜਿਹੜੇ ਗੁਰੂ ਘਰ ਦੇ ਲੰਗਰ ਹਾਲ ਸੀ ਉਹਨਾਂ ਦੇ ਵਿੱਚ ਗੈਸ ਸਿਲੰਡਰਾਂ ਦੇ ਲੰਗਰ ਲਾਤੇ, ਬਿਲਕੁਲ ਫ੍ਰੀ ਦੇ ਵਿੱਚ ਬੈੱਡ ਲਾਏ, ਡਾਕਟਰੀ ਸਹੂਲਤਾਂ ਲਾਈਆਂ, ਦਵਾਈਆਂ ਜਾਣੀ ਲਾਈਆਂ, ਉਹਨਾਂ ਦੀ ਦੇਖਭਾਲ ਵਾਸਤੇ ਹਰੇਕ ਤਰ੍ਹਾਂ ਦੇ ਵਸਤਰ, ਕੱਪੜੇ, ਕੀ ਕੁਛ ਨਹੀਂ ਜਿਹੜਾ ਉਹ ਚੱਲ ਰਿਹਾ ਹੈਗਾ। ਤੇ ਅੱਜ ਅਗਰ ਇਹ ਨੈਗੇਟਿਵ ਸੋਚ ਵਾਲੇ ਬੰਦੇ ਕਹਿਣ ਕਿ ਇਹ ਤਾਂ ਜਿਹੜੀ ਪ੍ਰਥਾ ਹੈਗੀ ਆ ਕਿ ਗੈਸ ਸਿਲੰਡਰਾਂ ਦੀ ਇਹ ਤਾਂ ਜਿਹੜਾ ਹੈਗਾ ਆਹ ਚੀਜ਼ ਦਿੱਤੀ ਆ, ਬੈੱਡ ਦਿੱਤੇ, ਡਾਕਟਰ, ਨਰਸਾਂ, ਇਹ ਜਿਹੜੀਆਂ ਸਹੂਲਤਾਂ ਸੀਗੀਆਂ ਇਹ ਲੰਗਰ 'ਚ ਵਿੱਚ ਬਾਬੇ ਨਾਨਕ ਨੇ ਨਹੀਂ ਸੀ ਲਾਈਆਂ, ਇਹ ਨਹੀਂ ਲਾਉਣੀਆਂ ਚਾਹੀਦੀਆਂ। ਪਰ ਅੱਜ ਇਹਨਾਂ ਲੋਕਾਂ ਦੀ ਜਿਹੜੀ ਨਾ ਬੋਲਤੀ ਬੰਦ। ਕਿਉਂਕਿ ਅੱਜ ਪੂਰਾ ਸੰਸਾਰ ਜਿਹੜਾ ਹੈ ਨਾ ਉਹ ਇਸ ਬਿਮਾਰੀ ਦੇ ਵਿੱਚ ਪੀੜਤ ਹੋ ਕੇ ਪੂਰੀ ਤਰ੍ਹਾਂ ਕਰਲਾ ਰਿਹਾ ਹੈ, ਅਰਦਾਸਾਂ ਕਰ ਰਿਹਾ ਹੈ। ਤੇ ਔਰ ਜਿਹੜੇ ਇਹ ਨੈਗੇਟਿਵ ਸੋਚ ਵਾਲੇ ਪ੍ਰਾਣੀ ਆ ਜਿਨ੍ਹਾਂ ਨੇ ਇਹ ਜਿਹੜੀ ਬਿਮਾਰੀ ਦਾ ਕਾਰਨ ਜਿਹੜਾ ਸੀ ਹੈ ਨਾ ਇਹ ਪੈਦਾ ਕੀਤਾ ਹੈਗਾ, ਅੱਜ ਅੰਦਰੋਂ ਵੀ ਇਹ ਪੂਰੀ ਤਰ੍ਹਾਂ ਘਬਰਾਏ ਹੋਏ ਆ।
देखो इनसान ਜਿਹੜਾ ਵੀ ਕੋਈ ਵੀ ਆਇਆ ਹੈ ਨਾ, ਉਸਨੇ ਇੱਕ ਨਾ ਇੱਕ ਦਿਨ ਇਸ ਸੰਸਾਰ ਦੇ ਵਿੱਚੋਂ ਜਾਣਾ ਹੀ ਆ। ਅਗਰ ਉਹ ਚੰਗੇ ਕਰਮ ਕਰਕੇ ਜਾਏਗਾ, ਸ਼ੁਭ ਕਰਮ ਕਰਕੇ ਜਾਏਗਾ, ਤਾਂ ਉਹਨਾਂ ਦੀ ਜਿਹੜੀ ਪ੍ਰਸ਼ੰਸਾ ਹੈਗੀ ਆ ਇਸ ਲੋਕ ਦੇ ਵਿੱਚ ਹੋਏਗੀ, ਅਤੇ ਪਰਲੋਕ ਦੇ ਵਿੱਚ ਦਰਗਾਹ ਦੇ ਵਿੱਚ ਵੀ ਵਾਹਿਗੁਰੂ ਦੇ ਦਰਗਾਹ ਦੇ ਵਿੱਚ ਵੀ ਉਹਨਾਂ ਦਾ ਇੰਨਾ ਮਾਣ ਸਨਮਾਨ ਹੋਏਗਾ ਕਿ ਉਹਨਾਂ ਦੀ ਜੈ ਜੈਕਾਰ ਹੋਏਗੀ। ਦੇਖੋ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਦਾ ਅਸੀਂ ਹੁਣ 400 ਸਾਲਾ ਜਿਹੜਾ ਹੈਗਾ ਉਹ ਪ੍ਰਕਾਸ਼ ਦਿਵਸ ਮਨਾ ਰਹੇ ਹਾਂ, ਅਤੇ ਉਹਨਾਂ ਦੇ ਸੰਬੰਧ ਦੇ ਵਿੱਚ ਦੇਖੋ ਧੰਨ ਕਲਗੀਧਰ ਪਿਤਾ ਜੀ ਨੇ ਦੇਖੋ ਬਹੁਤ ਵੱਡੀ ਗੱਲ ਲਿਖ ਦਿੱਤੀ, ਅਤੇ ਉਹਨੇ ਕੀ ਲਿਖਿਆ ਹੈਗਾ ਕਿ ਗੁਰੂ ਤੇਗ ਬਹਾਦਰ ਕੇ ਜਲਤ ਭਇਓ ਜਗਤ ਮੇਂ ਸੋਖ, ਕਿ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜਿਹੜੇ ਸੀਗੇ ਉਹ ਇਸ ਸੰਸਾਰ ਦੇ ਵਿੱਚੋਂ ਗਏ ਸੀ ਸ਼ਹਾਦਤ ਤੋਂ ਬਾਅਦ, ਅਤੇ ਪੂਰੇ ਸੰਸਾਰ ਦੇ ਵਿੱਚ ਸੋਗ ਦੀ ਲਹਿਰ ਪੈ ਗਈ ਸੀ, ਅਤੇ ਪਰ ਨਾਲ ਕਹਿਤਾ ਹੈ ਸਭ ਜਗ ਭਇਓ। ਅਤੇ ਅਗਲੀ ਪੰਕਤੀ ਦੇਖੋ ਮਹਾਰਾਜ ਦੀ ਕਰਮ ਨੇ ਕੀ ਲਿਖੀ, ਜੈ 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 ਸੁਰਲੋਕ, ਪੂਰੇ ਦੇਵ ਲੋਕਾਂ ਦੇ ਵਿੱਚ ਜੈ ਜੈਕਾਰ ਹੋਈ, ਫੁੱਲਾਂ ਦੀ ਵਰਖਾ। ਦੇਖੋ ਇਸੇ ਤਰ੍ਹਾਂ ਸਾਨੂੰ ਇਹ ਸਮਝਾਇਆ ਗਿਆ ਕਿ ਜਿਹੜੇ ਪ੍ਰਾਣੀ ਜਿਹੜੇ ਸੰਸਾਰ ਦੇ ਵਿੱਚ ਪਰਉਪਕਾਰ ਦਾ ਕੰਮ ਕਰਦੇ ਆ, ਸੋ ਉਹ ਜਦੋਂ ਪਰਉਪਕਾਰ ਦਾ ਕੰਮ ਕਰਦੇ ਆ ਅਸਲੀਅਤ ਨੂੰ ਜਾਣੂ ਕਰਾਉਂਦੇ ਆ, ਅਤੇ ਜਦ ਉਹ ਸਾਰੀ ਗੱਲਬਾਤ ਜਿਹੜੀ ਹੈਗੀ ਆ ਉਹ ਸੰਸਾਰ ਦੇ ਵਿੱਚ ਗੁਰੂ ਆਸ਼ੇ ਗੁਰੂ ਦੇ ਹੁਕਮ ਅਨੁਸਾਰ ਕਰਦੇ ਆ, ਅਤੇ ਉਹਨਾਂ ਦੇ ਇਸ ਲੋਕ ਦੇ ਵਿੱਚ ਜਦੋਂ ਉਹ ਜਾਂਦੇ ਆ ਅਤੇ ਵਾਕਿਆ ਹੀ ਜਿਹੜੇ ਨਾਲ ਦੀ ਸੰਗਤ ਵਾ, ਜਿਹਨਾਂ ਸੰਗਤ ਦੇ ਵਿੱਚ ਉਹਨਾਂ ਦਾ ਪ੍ਰੇਮ ਬਣਦਾ ਹੈਗਾ, ਖਾਸ ਕਰਕੇ ਦੁਖੀ ਸੰਗਤ, ਉਹ ਜਿਹੜੀ ਦੁਖੀ ਸੰਗਤ ਹੈਗੀ ਆ ਉਹਨਾਂ ਦੇ ਮਨ ਦੇ ਵਿੱਚ ਉਹਨਾਂ ਵਾਸਤੇ ਸੱਚਾ ਪ੍ਰੇਮ ਹੁੰਦਾ ਹੈਗਾ। ਕਿਉਂ ਦੁਖੀ ਇਸ ਵਾਸਤੇ ਆ ਕਿਉਂਕਿ ਉਹਨਾਂ ਦੇ ਅੰਦਰ ਜਿਹੜੀ ਸ਼ਰਧਾ ਹੈ ਨਾ ਉਹਨਾਂ ਦੇ ਪ੍ਰਤੀ ਹੈਗੀ ਆ, ਉਹ ਜਿਹੜੀ ਸ਼ਰਧਾ ਕੋਈ ਦੂਸਰਾ ਬਚਾ ਨਹੀਂ ਸਕਦਾ। ਸੋ ਇਹੋ ਜਿਹੜੇ ਮਹਾਂਪੁਰਖ ਸੰਤ ਵੱਡੀਆਂ ਜਿਹੜੀਆਂ ਰੂਹਾਂ ਹੁੰਦੀਆਂ, ਜਿਵੇਂ ਸੰਤ ਬਾਬਾ ਤਰ ਸਿੰਘ ਜੀ ਮਸਤੂਆਣੇ, ਬਾਬਾ ਆਨੰਦ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਇਹੋ ਜਿਹੇ ਜਿਹੜੇ ਸਾਧੂ ਮਹਾਤਮਾ ਹੋਏ ਆ ਜਿਨ੍ਹਾਂ ਦੀ ਜਿਹੜੀ ਨਿੰਦਿਆ ਹੈਗੀ ਆ ਇਹਨਾਂ ਨੈਗੇਟਿਵ ਥੋਟ ਵਾਲਿਆਂ ਨੇ ਬੜੀ ਰੱਜ ਕੇ ਕੀਤੀ ਆ, ਅਤੇ ਇਹੋ ਜਿਹੀ ਨਿੰਦਿਆ ਕਰਕੇ ਜਿੰਨੇ ਵੀ ਖਿਆਲ ਜਿਹੜੇ ਹੈ ਨਾ ਮਹਾਂਪੁਰਖਾਂ ਦੀ ਨਿੰਦਿਆ ਦੇ ਪੂਰੇ ਬ੍ਰਹਿਮੰਡ ਵਿੱਚ ਖਿਲਾਰੇ ਆ, ਅਤੇ ਜਿਸ ਕਰਕੇ ਸਾਰਾ ਸੰਤੁਲਨ ਜਿਹੜਾ ਹੈ ਨਾ ਉਹ ਵਿਗੜ ਗਿਆ ਹੈਗਾ। ਜਦ ਕਿ ਬਾਣੀ ਨੇ ਆਖਿਆ ਕਿ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਬਤਾਰ, ਅਤੇ ਸਾਨੂੰ ਤਾਂ ਬਾਣੀ ਨੇ ਇੱਥੋਂ ਤੱਕ ਕਹਿਤਾ ਕਿ ਦੁਨੀਆ ਦੇ ਵਿੱਚ ਜਿੰਨਾ ਮਰਜ਼ੀ ਭਲਾ ਕੰਮ ਕਰ ਲਓ, ਜੋ ਮਰਜ਼ੀ ਕਰ ਲਓ, ਪਰ ਅਗਰ ਤੁਸੀਂ ਉਹਦੇ ਵਿੱਚ ਕਿਸੇ ਪੂਰਨ ਸੰਤ ਦੀ ਨਿੰਦਾ ਕਰ ਦੋਗੇ ਨਾ, ਤਾਂ ਤੁਹਾਡਾ ਜਿਹੜਾ ਕੀਤਾ ਕਰਾਇਆ ਸਾਰਾ ਜਿਹੜਾ ਹੈਗਾ ਉਹ ਚਕਨਾਚੂਰ ਹੋ ਜਾਊਗਾ, ਉਹ ਸਾਰਾ ਖੇਹ ਦੇ ਵਿੱਚ ਮਿਲ ਜਾਊਗਾ। ਇਸ ਕਰਕੇ ਇਨਸਾਨ ਨੂੰ ਚਾਹੀਦਾ ਕਿ ਆਪਣੀ ਜਿਹੜੀ ਇਹ ਨੈਗੇਟਿਵ ਥੋਟ ਹੈਗੀ ਆ ਇਸ ਨੂੰ ਰੋਕਣਾ ਪੈਣਾ ਹੈਗਾ। ਕਿਉਂ ਰੋਕਣਾ ਪੈਣਾ ਹੈਗਾ? ਅਗਰ ਉਹਨੇ ਇਹ ਜੋ ਮਨੁੱਖਾ ਜਨਮ ਉਸ ਵਾਹਿਗੁਰੂ ਜੀ ਨੇ ਦਿੱਤਾ ਹੈ ਨਾ, ਇਹਦੀ ਇਸ ਮਨੁੱਖੇ ਜਨਮ ਦੀ ਜਿਹੜੀ ਹੈਗੀ ਆ ਉਹ ਪੂਰੀ ਤਰ੍ਹਾਂ ਯੋਗ ਵਰਤੋਂ ਕਰ ਸਕੇ, ਅਤੇ ਅਗਰ ਇਸ ਮਨੁੱਖਾ ਜਨਮ ਨੂੰ ਲੈ ਕੇ ਉਹਨੇ ਪਸ਼ੂਆਂ ਤੋਂ ਵੀ ਜਿਹੜਾ ਹੈਗਾ ਭੈੜਾ ਕੰਮ ਕੀਤਾ ਸੰਸਾਰ ਦੇ ਅੰਦਰ, ਉਸ ਅਕਾਲ ਪੁਰਖ ਦੇ ਨਾਲ ਤੋੜਿਆ ਹੈਗਾ ਸੰਸਾਰ ਨੂੰ, ਦੁਨੀਆ ਦੇ ਲੋਕਾਂ ਨੂੰ, ਅਤੇ ਭਾਈ ਇਹ ਸਾਰਾ ਜਿਹੜਾ ਵਜਰ ਪਾਪ ਆ ਉਹਨਾਂ ਦੇ ਸਿਰ ਤਾਂ ਜਿਹੜਾ ਹੈਗਾ ਉਹ ਭਾਨੀ ਹੋਊਗਾ। ਉਹਦੇ ਨਾਲ ਕੀ ਹੋਊਗਾ ਕਿ ਇਹੋ ਜਿਹੇ ਜਿਹੜੇ ਪ੍ਰਾਣੀ ਹੈਗੇ ਆ ਇਹ ਜਦੋਂ ਸੰਸਾਰ ਤੋਂ ਜਾਂਦੇ ਆ ਨਾ, ਇਹਨਾਂ ਨੂੰ ਨਾ ਇਸ ਲੋਕ ਦੇ ਵਿੱਚ ਢੋਈ ਮਿਲਦੀ ਆ, ਨਾ ਪਰਲੋਕ ਦੇ ਵਿੱਚ ਮਿਲਦੀ ਆ। ਇਹ ਜਿੱਥੇ ਵੀ ਜਾਂਦੇ ਆ ਸਾਨੂੰ ਬਾਬੇ ਨਾਨਕ ਨੇ ਆਖਿਆ ਹੈਗਾ ਕਿ ਇਹੋ ਜਿਹੇ ਜਿਹੜੇ ਪ੍ਰਾਣੀ ਹੈਗੇ ਆ, ਜਿਹੜੇ ਨਿੰਦਾ ਕਰਨ ਵਾਲੇ ਆ, ਬੇਮੁਖ ਗੁਰੂ ਤੋਂ ਤੁਰਨ ਵਾਲੇ ਆ, ਝੂਠ ਬੋਲਣ ਵਾਲੇ ਆ, ਮਿੱਥਿਆ ਜਿਹੜੇ ਇਹਨਾਂ ਦੇ ਅੰਦਰ ਭਰੀ ਹੈ, ਜਿਹੜੀ ਜ਼ਹਿਰ ਭਰੀ ਹੁੰਦੀ ਹੈ ਨਾ, ਕਹਿੰਦੇ ਜਦ ਇਹ ਅੱਗੇ ਜਾਂਦੇ ਆ ਜਿੱਥੇ ਵੀ ਜਾਂਦੇ ਆ ਫਿਰ ਇਹਨਾਂ ਨੂੰ ਪਾਣਾ ਲਹੇ ਸਜਾਏ ਵਾਲੀ ਜਿਹੜੀ ਹੈ ਨਾ ਸਜ਼ਾ ਹੈਗੀ ਆ ਉਹ ਮਿਲਦੀ ਆ। ਸੋ ਜਿਹੜੇ ਗੁਰਸਿੱਖ ਪਿਆਰੇ ਜਿਹੜੇ ਗੁਰੂ ਦੇ ਨਾਲ ਜੋੜਦੇ ਆ, ਸੱਚ ਨਾਲ ਜੋੜਦੇ, ਸਾਰੀ ਉਮਰ ਸੇਵਾ ਸਿਮਰਨ ਬਰਕਤ ਕਰਦੇ ਆ। ਆਪਾਂ ਜੇ ਦੇਖਦੇ ਹਾਂ ਕਿ ਜਦੋਂ ਸੰਸਾਰ ਤੋਂ ਚਲੇ ਵੀ ਜਾਣ ਹੈ ਨਾ, ਤਾਂ ਵੀ ਜਿਸ ਜਗ੍ਹਾ ਉਹਨਾਂ ਦੇ ਪੰਧ ਭੂਤ ਜਿਹੜਾ ਸਰੀਰ ਦਾ ਸੰਸਕਾਰ ਕੀਤਾ ਜਾਂਦਾ ਹੈ ਨਾ, ਅਤੇ ਉਸ ਜਗ੍ਹਾ ਵੀ ਜਿਹੜੀ ਉਹ ਧੰਤਾ ਯੋਗ ਬਣ ਜਾਂਦੀ ਆ, ਉਸ ਨੂੰ ਵੀ ਜਿਹੜੇ ਅਸੀਂ ਅੰਗੀਠਾ ਸਾਹਿਬ ਆਖ ਦਿੰਦੇ ਹਾਂ। ਅਤੇ ਇਹੋ ਜਿਹੇ ਅੰਗੀਠਾ ਸਾਹਿਬ ਦੇ ਕੋਲ ਦੇਖੋ ਸਾਨੂੰ ਦੇਖੋ ਅਗਰ ਇਤਿਹਾਸ ਦੇਖੀਏ ਅਤੇ ਚਾਹੇ ਉਹ ਬਾਬਾ ਗੁਰਦਿੱਤਾ ਜੀ, ਬਾਬਾ ਅਟਾਲੇ ਜੀ ਆ, ਜਿਸ ਜਗ੍ਹਾ 'ਤੇ ਉਹਨਾਂ ਦੇ ਸਰੀਰਾਂ ਦੇ ਸੰਸਕਾਰ ਹੋਏ ਆ ਉੱਥੇ ਗੁਰੂ ਸਾਹਿਬਾਂ ਨੇ ਵਰਦਾਨ ਦਿੱਤੇ ਆ। ਬਾਬਾ ਗੁਰਦਿੱਤਾ ਜੀ ਦੇ ਵਰਦਾਨ, ਬਾਬਾ ਅਟਾਲੇ ਜੀ ਦੇ ਵਰਦਾਨ, ਅਤੇ ਇਹੋ ਜਿਹੜੇ ਮਹਾਂਪੁਰਖ ਆ ਇਹ ਵੀ ਇਸੇ ਤਰ੍ਹਾਂ ਜਿਹੜੇ ਹੁੰਦੇ ਆ, ਇਹਨਾਂ ਦੇ ਵੀ ਜਿਸ ਜਗ੍ਹਾ ਅਸਥਾਨ ਬਣਦੇ ਹਨ ਉਹ ਧੰਤਾ ਯੋਗ ਹੁੰਦੇ ਆ, ਉਹ ਜਗ੍ਹਾ ਜਿਹੜੀ ਪਵਿੱਤਰ ਹੋ ਜਾਂਦੀ। ਇਹੋ ਜਿਹੀ ਜਗ੍ਹਾ ਦੀ ਧੂੜ ਜਿਹੜੀ ਹੈ ਨਾ ਸਾਰੇ ਪਾਪਾਂ ਦਾ ਨਾਸ ਕਰ ਦਿੰਦੀ ਆ, ਅਤੇ ਸ਼ਰਧਾ ਜਿਹੜੀ ਹੈਗੀ ਆ ਉਹ ਗੁਰੂ ਦੇ ਨਾਲ ਪੂਰੀ ਤਰ੍ਹਾਂ ਜੁੜ ਜਾਂਦੀ ਆ।
ਤੇ ਜਦੋਂ ਬੰਦਾ ਸ਼ਰਧਾਵਾਨ ਹੋ ਜਾਵੇ, ਸ਼ੰਕੇ ਤੋਂ ਰਹਿਤ ਹੋ ਜਾਵੇ, ਮਨ ਅੰਦਰੋਂ ਨਿਰਮਲ ਹੋ ਜਾਵੇ, ਫਿਰ ਉਸ ਟਾਈਮ ਉਹਦਾ ਜਿਹੜਾ ਖਿਆਲ ਹੈ ਜਦ ਜਾਂਦਾ ਹੈਗਾ, ਉਹਦਾ ਖਿਆਲ ਕੇਵਲ ਤਾਂ ਕੇਵਲ ਵਾਹਿਗੁਰੂ ਜੀ ਦੇ ਸ਼ੁਕਰੀਏ ਵਿੱਚ ਜਾਂਦਾ ਹੈ। ਤੇ ਜਦ ਉਹਦਾ ਖਿਆਲ ਸ਼ੁਕਰੀਏ ਦੇ ਵਿੱਚ ਜਾਂਦਾ ਹੈ ਤਾਂ ਵਾਹਿਗੁਰੂ ਦਾ ਸ਼ੁਕਰ ਕਰਦਾ ਹੈ। ਫਿਰ ਇਹੋ ਜਿਹੇ ਇਨਸਾਨ ਜਿਹੜੇ ਫਿਰ ਲੋਕ ਸੁਖੀ ਪਰਲੋਕ ਸੇਲੇ ਤਾਂ ਹੁੰਦੇ ਹੀ ਆ, ਪਰ ਆਪ ਵੀ ਤਰਦੇ ਆ ਤੇ ਨਾਲ ਸੰਸਾਰ ਨੂੰ ਵੀ ਤਾਰਦੇ ਆ। ਤੇ ਜਦ ਆਪ ਤਰਦੇ ਆ, ਸੰਸਾਰ ਨੂੰ ਤਾਰਨ ਦੀ ਸਮਰੱਥਾ ਰੱਖਦੇ ਆ। ਸਾਰਾ ਕੁਛ ਉਹ ਜਿਹੜਾ ਵਾਹਿਗੁਰੂ ਅਕਾਲ ਪੁਰਖ ਉਹਨਾਂ ਦੀ ਝੋਲੀ ਦੇ ਵਿੱਚ ਬਰਕਤਾਂ ਨਾਲ ਭਰ ਜਾਂਦਾ ਹੈ ਨਾ, ਉਹਨਾਂ ਨੂੰ ਜਿਵੇਂ ਕਹ ਲਓ ਆਪਣਾ ਰੂਪ ਜਿਹੜਾ ਹੈ ਨਾ ਉਹ ਬਖਸ਼ ਦਿੰਦਾ ਹੈਗਾ। ਬਸ ਇਹੋ ਜਿਹੇ ਇਨਸਾਨਾਂ ਦੀ ਚਰਨ ਧੂੜ ਦਾ ਸਦਕਾ ਫਿਰ ਸਾਰਾ ਸੰਸਾਰ ਜਿਹੜਾ ਨਾ ਸੁਖੀ ਹੋ ਜਾਂਦਾ, ਰੋਗ ਰਹਿਤ ਹੋ ਜਾਂਦਾ। ਇਸੇ ਕਰਕੇ ਸਾਨੂੰ ਗੁਰਬਾਣੀ ਨੇ ਆਖਿਆ ਕਿ ਮੇਰਾ ਵੈਦ ਗੁਰ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੇ, ਕਾਟੇ ਜਮ ਕੀ ਫੰਦਾ। ਸੋ ਦੱਸ ਇੰਨੇ ਹੀ ਵਚਨ ਕਰਦਾ ਹੋਇਆ ਖਿਮਾ ਦਾ ਜਾਚਕਵਾ ਜੀ। ਸੋ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ। ਆਪਣੀ ਸੋਚ ਨੂੰ ਹਮੇਸ਼ਾ ਜਿਹੜੀ ਆ ਪੋਜ਼ਿਟਿਵ ਰੱਖੋ, ਹਾਂ ਵਾਚਕ ਰੱਖੋ, ਤਾਂ ਜੋ ਆਪਣਾ ਵੀ ਤੇ ਸੰਸਾਰ ਦਾ ਵੀ ਭਲਾ ਹੋ ਸਕੇ। ਗੁਰੂ ਘਰ ਦੇ ਵਿੱਚ 7 ਵਚਨ ਪ੍ਰਧਾਨ ਵਾ, ਤੇ ਇਸ 7 ਵਚਨ ਦੇ ਉੱਤੇ ਪਹਿਰਾ ਦਿਓ। ਤੇ ਜਿਹੜੇ ਗੁਰਮੁਖ ਪਿਆਰੇ 7 ਵਚਨ ਦੇ ਉੱਤੇ ਪਹਿਰਾ ਦੇਣਗੇ, ਉਹਨਾਂ ਦਾ ਜਿਹੜਾ ਪਿਆਰ ਵਾ ਸਦਾ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਿਆ ਰਹੇਗਾ। ਤਾਂ ਉਹ ਲੋਕ ਸੁਖੀ ਅਤੇ ਪਰਲੋਕ ਸੇਲੇ ਰਹਿਣਗੇ। ਸੋ ਦਾਸ ਇੰਨੇ ਹੀ ਬਚਨ ਕਰਦਾ ਖਿਮਾ ਦਾ ਜਾਚਕਵਾ ਜੀ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।